और जो मैं देखा कि 16 साल की उम्र का मुंडा एक इदा दी गल्लां करदा और मैं शुक्रगुजार हाँ रवीश होना दा जिन्हां दी कैलकुलेशन ने जिन्हां दे उपाय ने इन्ना वर्क कीता है। मैनू विश्वास है, विश्वास पहलों भी सी, विश्वास वो मजबूत होया है जो मैं इस ਇਹੋ जी साइंस ਨੂੰ अच्छे तरीके ਨਾਲ पढ़न वाले ਤੇ ਲੋਕਾਂ ਨੂੰ गाइड ਕਰਨ वाले लोग देखे। रविश आया मुझे क्योंकि अज तो करीब 10 साल पहला ਆਪਾਂ ਇੱਥੇ ਹੀ ਪਹਿਲੀ ਫੋਟੋ ਖਿੱਚੀ ਸੀ। ਹਾਂ ਬਿਲਕੁਲ। ਤੇ ਇਹ ਰਿਸ਼ਤਾ ਸਾਡਾ ਅਸੀਂ ਐਜ਼ ਅ ਬ੍ਰਦਰ ਬਹੁਤ ਗਰੋ ਹੋਏ, ਅਸੀਂ ਕਰੀਅਰ ਬਹੁਤ ਗਰੋ ਹੋਏ। ਭਾਜੀ ਨੇ ਹਮੇਸ਼ਾ ਹਰ ਜਗ੍ਹਾ ਤੇ ਗਾਈਡ ਕੀਤਾ। नाउ ही इज मोर लाइक अ ब्रदर टू अस। जिन्ने भी तुसी काम करते हो उन्हां दा एक स्ट्रॉन्ग बेस बन जाता है और लोग बहुत ज़्यादा तुहाडे उत्ते जिहड़ा ना वो विश्वास करन लग पे ने। ਜਿੱਦਾਂ ਤੁਸੀਂ ਅਕਸਰ ਸੁਣਿਆ ਹੋਣਾ ਕਿ ਨਜ਼ਰ ਲੱਗ ਗਈ ਜੀ। ਜੀ ਜੀ ਤੁਸੀਂ ਇੱਕ ਚੀਜ਼ ਦੇਖੀ ਹੋਣੀ ਕਿ ਨਜ਼ਰ ਲੱਗਣ ਲਈ ਕੋਈ ਤੁਹਾਨੂੰ ਆ ਕੇ ਧੱਕਾ ਨਹੀਂ ਦਿੰਦਾ। ਤੇ ਕੁਦਰਤ ਨੇ ਸਾਨੂੰ ਦਿੱਤਾ ਹੈ, ਇਸੇ ਲਈ ਦਿੱਤਾ ਕਿ ਅਸੀਂ ਉਹਨਾਂ ਨੂੰ ਦੂਜਿਆਂ ਨੂੰ ਵੀ ਵੰਡੀਏ, ਉਹਨਾਂ ਨੂੰ ਵੀ ਹੰਡਾਉਣ ਲਈ ਕੁਝ ਦਈਏ। ਤੇ ਇਹ ਸਾਰੀ ਕੈਲਕੂਲੇਸ਼ਨ ਇੱਕ ਬੰਦੇ ਦੇ ਟੇਵੇ ਦੇ ਵਿੱਚ ਆਲਰੇਡੀ ਜਿਹੜਾ ਸਮਝ ਸਕਦਾ ਹੈ ਐਸਟ੍ਰੋਲੋਜਰ। ਰੌਣਕ ਪੰਜਾਬ ਦੀ ਵੇਖ ਰਹੇ तमाम ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਨੀਤੂ। ਕਹਿੰਦੇ ਨੇ ਕਿ ਜੋਤਿਸ਼ ਵਿਦਿਆ ਭਾਰਤ ਦੀ ਸਭ ਤੋਂ ਪੁਰਾਣੀ ਵਿਧਾ ਹੈ ਔਰ ਜਦੋਂ ਅਸੀਂ ਗੱਲ ਕਰਦੇ ਹਾਂ ਪੂਰੇ ਸਮਾਜ ਦੀ, ਪੂਰੇ ਬ੍ਰਹਿਮੰਡ ਦੀ, ਸੋ ਦੁਨੀਆ ਦੇ ਵਿੱਚ ਅੱਜ ਕੱਲ੍ਹ ਦੀ ਜੇ ਗੱਲ ਕਰਾਂ ਤਾਂ ਜੋਤਿਸ਼ ਵਿਦਿਆ ਨੂੰ ਸਾਰੇ ਕਿਤੇ ਬਹੁਤ ਜ਼ਿਆਦਾ ਸਲਾਹਿਆ ਜਾਂਦਾ ਹੈ ਔਰ ਬਹੁਤ ਸਾਰੀਆਂ ਇਹੋ ਜਿਹੀਆਂ ਮਾਣਮੱਤੀਆਂ ਸ਼ਖਸੀਅਤਾਂ ਨੇ, ਮਾਣਮੱਤੀਆਂ ਹਸਤੀਆਂ ਨੇ ਜਿਹੜੀਆਂ ਬਹੁਤ ਵਧੀਆ ਤਰੀਕੇ ਦੇ ਨਾਲ ਇਸ ਵਿਧਾ ਨੂੰ ਸਾਡੇ ਸਮਾਜ ਦੇ ਵਿੱਚ ਲੈ ਕੇ ਆ ਰਹੀਆਂ ਨੇ। ਸੋ ਅੱਜ ਜਿਸ ਸ਼ਖਸੀਅਤ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੀ ਹਾਂ ਉਹ ਜੋਤਿਸ਼ ਦੇ ਵਿੱਚ ਮਾਹਰ ਨੇ, ਦੁਨੀਆ ਦੇ ਵਿੱਚ ਮੰਨੇ ਪ੍ਰਮੰਨੇ ਨੇ ਔਰ ਭਾਰਤ ਦੇ ਬਹੁਤ ਸਾਰੇ ਲੋਕ ਨੇ ਜਿਹੜੇ ਇਹਨਾਂ ਦੇ ਕੋਲੋਂ ਵਿੱਦਿਆ ਵੀ ਲੈਂਦੇ ਨੇ ਔਰ ਇਹਨਾਂ ਦੇ ਦੱਸੇ ਹੋਏ ਉਪਾਇਆਂ ਦੇ ਨਾਲ ਆਪਣੇ ਜੀਵਨ ਨੂੰ ਤੇ ਆਪਣੇ ਘਰ ਪਰਿਵਾਰ ਨੂੰ ਵੀ ਸਵਾਰਦੇ ਨੇ। ਸੋ ਅੱਜ ਮੁਲਾਕਾਤ ਕਰਵਾਉਣ ਜਾ ਰਹੀ ਹਾਂ ਬਹੁਤ ਹੀ ਪਿਆਰੇ ਅਬਰੋਲ ਜੀ ਦੇ ਨਾਲ, ਜਿਨ੍ਹਾਂ ਦਾ ਪੂਰਾ ਨਾਮ ਜੇ ਮੈਂ ਲਵਾਂ ਤੇ ਰਵੀਸ਼ ਅਬਰੋਲ ਜੀ ਹੈ। ਨਮਸਕਾਰ ਜੀ। ਥੈਂਕ ਯੂ ਜੀ, ਥੈਂਕ ਯੂ ਸੋ ਮਚ। ਰਵੀਸ਼ ਜੀ, ਤੁਹਾਡੀ ਉਮਰ ਜਿਹੜੀ ਹੈ ਨਾ ਬਹੁਤ ਜ਼ਿਆਦਾ ਵੱਡੀ ਨਹੀਂ ਹੈ। ਮੈਨੂੰ ਲੱਗਦਾ ਹੈ ਕਿ ਬਹੁਤ ਛੋਟੀ ਉਮਰ ਦੇ ਵਿੱਚ ਇੰਨੇ ਵੱਡੇ ਕਾਰਨਾਮੇ ਔਰ ਉਸ ਮੁਕਾਮ ਤੇ ਪਹੁੰਚਣਾ ਜਿਹੜੇ ਮੁਕਾਮ ਤੇ ਅਕਸਰ ਲੋਕ ਕਹਿੰਦੇ ਨੇ ਕਿ ਬਜ਼ੁਰਗ ਹੋ ਕੇ ਪਹੁੰਚਿਆ ਜਾਂਦਾ ਹੈ ਨਾ, ਕਿੱਥੋਂ ਲਈ ਇਹ ਜਿਹੜੀ ਸਿੱਖਿਆ ਤੁਸੀਂ ਕਿੱਥੋਂ ਗ੍ਰਹਿਣ ਕੀਤੀ? ਮੇਰੇ ਫਾਦਰ ਡਾਕਟਰ ਅਨੂਪ ਅਬਰੋਲ ਜਿਹੜੇ ਇਸ ਲਾਈਨ ਦੇ ਵਿੱਚ ਬਹੁਤ ਸਾਲਾਂ ਤੋਂ ਰਿਸਰਚ ਕਰਦੇ ਸੀਗੇ, ਬਹੁਤ ਜ਼ਿਆਦਾ ਗੂੜੀ ਸਮਝ ਰੱਖਦੇ ਸੀਗੇ। ਮੈਂ ਸਾਰਾ ਕੁਝ ਉਹਨਾਂ ਦੇ ਆਸ਼ੀਰਵਾਦ ਤੋਂ ਹੀ ਸਿੱਖਿਆ। ਉਹਨਾਂ ਨੇ ਹੀ ਸ਼ੁਰੂ ਤੋਂ ਮੈਨੂੰ ਟੀਨੇਜ ਤੋਂ ਹੀ, ਛੋਟੀ ਉਮਰ ਤੋਂ ਹੀ ਉਹਨਾਂ ਨੇ ਹੀ ਇਸ ਲਾਈਨ 'ਚ ਮੈਨੂੰ ਪਾਇਆ ਜੀ। ਔਰ ਗੱਲ ਕਰਾਂ ਮੈਂ ਤੁਹਾਡੇ ਫਾਦਰ ਸਾਹਿਬ ਦੀ, ਉਹ ਵੀ ਡਾਕਟਰ, ਜਿਹੜੇ ਤੁਹਾਡੇ ਮਦਰ ਉਹ ਸੋਸ਼ਲ ਵਰਕਰ ਜੀ, ਔਰ ਤੁਹਾਡੇ ਤਾਇਆ ਜੀ, ਚਾਚਾ ਜੀ, ਤੁਹਾਡੇ ਮਾਮਾ ਜੀ ਬਹੁਤ ਸਾਰੇ IPS ਔਰ ਬਹੁਤ ਸਾਰੇ ਡਾਕਟਰਸ। ਮੈਨੂੰ ਲੱਗਦਾ ਕਿ 25-30 ਦੇ ਕਰੀਬ ਤੁਹਾਡੀ ਫੈਮਿਲੀ ਦੇ ਵਿੱਚ ਡਾਕਟਰ ਜਾਂ IPS ਹੀ ਹੈ। ਸਾਰੀ ਫੈਮਿਲੀ ਜਿਹੜੀ ਆ ਉਸ ਪਾਸੇ ਜੀ, ਤੇ ਇਕੱਲੇ ਰਵੀਸ਼ ਇਸ ਪਾਸੇ। ਕਿੰਨਾ ਸਬਬ ਬਣਿਆ ਮਤਲਬ ਇੱਧਰ ਆਉਣ ਦਾ? ਦੇਖੋ ਜੀ, ਇਹ ਸਬਬ ਤੇ ਵੈਸੇ ਈਸ਼ਵਰ ਦੀ ਕਿਰਪਾ, ਉਸ ਪਰਮਾਤਮਾ ਦਾ ਆਸ਼ੀਰਵਾਦ ਹੈ। ਬਟ ਮੇਰੇ ਜਨਮ ਦੇ ਸਮੇਂ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਫਾਦਰ ਸਾਹਿਬ ਨੂੰ ਪਿਛਲੇ 45 ਸਾਲ ਦੀ ਨੌਲੇਜ ਹੈਗੀ ਹੈ, ਉਹਨਾਂ ਦਾ ਇੰਨੇ ਟਾਈਮ ਤੋਂ ਇਸ ਚੀਜ਼ ਦੇ ਵਿੱਚ ਰਿਸਰਚ ਹੋ ਚੁੱਕੀ ਹੈ। ਤੇ ਜਦੋਂ ਮੇਰਾ ਜਨਮ ਹੋਇਆ ਸੀਗਾ ਤੇ ਇਹ ਵੀ ਪਾਰਟ ਆਫ ਪ੍ਰੈਡਿਕਸ਼ਨ ਹੀ ਸੀ ਕਿ ਮੇਰੇ ਪਲੈਨਟਸ ਐਸੇ ਚੀਜ਼ ਲਈ ਬਣੇ ਨੇ, ਐਸੇ ਕੰਮ ਲਈ ਬਣੇ ਨੇ। ਕਿਉਂਕਿ ਮੈਂ ਅਕਸਰ ਕਹਿੰਦਾ ਹੁੰਦਾ ਕਿ ਜਿਹੜੀ ਲਾਈਨ ਤੁਹਾਡੇ ਜੋਤਿਸ਼ ਦੇ ਹਿਸਾਬ ਨਾਲ, ਟੇਵੇ ਦੇ ਹਿਸਾਬ ਨਾਲ ਤੁਹਾਡੇ ਲਈ ਸੂਟ ਕਰਦੀ ਹੈ, ਬੱਚੇ ਨੂੰ ਤੁਹਾਨੂੰ ਉਸੇ ਲਾਈਨ 'ਚ ਪਾਉਣਾ ਚਾਹੀਦਾ। ਤੇ ਇਹ ਪਰਮਾਤਮਾ ਦਾ ਆਸ਼ੀਰਵਾਦ, ਪਾਪਾ ਦੀ ਪ੍ਰੈਡਿਕਸ਼ਨ, ਉਹਨਾਂ ਦੇ ਹੀ ਮਤਲਬ ਸਮਝਾਏ ਔਰ ਦਿਖਾਏ ਹੋਏ ਰਾਹ ਤੇ ਚੱਲ ਕੇ ਇਹ ਸਬਬ ਬਣਿਆ ਜੀ। ਰਵੀਸ਼ ਜੀ, ਜਦੋਂ ਅਸੀਂ ਗੱਲ ਕਰਦੇ ਹਾਂ ਨਾ ਕਿਸੇ ਡਾਕਟਰ ਦੀ, ਤਾਂ ਜਿਹਦੇ ਗੱਲ ਦੇ ਵਿੱਚ ਸਟੈਥੋਸਕੋਪ ਹੁੰਦਾ ਨਾ, ਅਸੀਂ ਸੋਚਦੇ ਵੀ ਇਹ ਡਾਕਟਰ ਹੈ ਜੀ। IPS ਹੈ, ਉਹਨੇ ਟੋਪੀ ਵੀ ਪਾਈ ਹੁੰਦੀ ਹੈ, ਉਹਦੀ ਵਰਦੀ ਵੀ ਦੱਸਦੀ ਹੈ ਕਿ ਇਹ IPS ਹੈ, ਪੁਲਿਸ ਵਾਲਾ ਵਾ ਜਿਹੜਾ ਵਾ ਉਹਦੀ ਵੀ ਵਰਦੀ ਦੱਸਦੀ ਹੈ ਕਿ ਇਹ ਪੁਲਿਸ ਵਾਲਾ। ਜਦੋਂ ਅਸੀਂ ਗੱਲ ਕਰਦੇ ਨਾ ਜੋਤਿਸ਼ ਦੀ, ਤਾਂ ਅਕਸਰ ਮਨ ਦੇ ਵਿੱਚ ਨਾ ਉਹ ਵੇਸ ਭੂਸ਼ਾ ਜਿਹੜੀ ਹੁੰਦੀ ਹੈ, ਪਹਿਰਾਵਾ ਜਿਹੜਾ ਹੁੰਦਾ ਉਹ ਆ ਜਾਂਦਾ। ਪਰ ਤੁਸੀਂ ਨਾ ਤਾਂ ਅੱਜ ਤੱਕ ਤੁਹਾਨੂੰ ਕਦੀ ਇਹੋ ਜਿਹੇ ਪਹਿਰਾਵੇ ਦੇ ਵਿੱਚ ਦੇਖਿਆ ਕਿ ਉਹ ਪਹਿਰਾਵਾ ਔਰ ਇਹ ਪਹਿਰਾਵਾ ਇੰਨਾ ਜ਼ਿਆਦਾ ਫਰਕ ਔਰ ਉੱਪਰੋਂ ਇੰਨੀ ਜ਼ਿਆਦਾ ਗਿਆਨ, ਮਤਲਬ ਪਹਿਰਾਵੇ ਦਾ ਲੱਗਦਾ ਕਿ ਕਿਤੇ ਆ ਕੇ ਤੁਹਾਡੇ ਸਰੀਰ ਦੇ ਉੱਤੇ ਜਾਂ ਤੁਹਾਡੀ ਸੋਚ ਦੇ ਉੱਤੇ ਫਰਕ ਪੈਂਦਾ? ਜਿਹੜੀ ਤੁਸੀਂ ਸਵਾਲ ਪੁੱਛਿਆ ਹੈ ਕਿ ਸੋਚ ਤੇ ਫਰਕ ਪੈਂਦਾ, ਦੇਖੋ
ਪਹਿਨਾਵੇ ਦਾ ਫਰਕ ਸੋਚ ਤੇ ਹੀ ਪੈ ਸਕਦਾ ਹੈ, ਮਗਰ ਮੈਨੂੰ ਲੱਗਦਾ ਹੈ ਕਿ ਜੇ ਅਸੀਂ ਅਸਲ ਰਿਜ਼ਲਟ ਲੈਣਾ ਹੈ, ਅਸੀਂ ਅਸਲ ਲੋਕਾਂ ਨੂੰ ਰਿਲੀਫ ਦੇਣਾ ਹੈ, ਤੇ ਸਾਡਾ ਇਹ ਮੰਨਣਾ ਸੀਗਾ ਜਦੋਂ ਅਸੀਂ ਇਸ ਲਾਈਨ ਵਿੱਚ ਆਏ ਕਿ ਸਭ ਤੋਂ ਪਹਿਲੇ ਅਸੀਂ ਇਹੀ ਮਿਥ ਤੋੜਨਾ ਕਿ ਜ਼ਰੂਰੀ ਨਹੀਂ ਹੈ ਕਿ ਤੁਸੀਂ ਅਗਰ ਕਿਸੇ ਦਾ ਸੋਲੂਸ਼ਨ ਕਰਨਾ ਹੈ, ਕਿਸੇ ਦਾ ਹੱਲ ਕਰਨਾ ਹੈ, ਇਸ ਚੀਜ਼ ਦੇ ਵਿੱਚ ਆ ਕੇ ਇਸ ਨੌਲੇਜ ਨੂੰ ਲੋਕਾਂ ਤੱਕ ਪਹੁੰਚਾਣਾ ਹੈ ਤੇ ਤੁਹਾਨੂੰ ਉਸੇ ਤਰ੍ਹਾਂ ਦਾ ਹੀ ਪਹਿਨਾਵਾ ਪਹਿਨਣਾ ਪਏਗਾ। ਮਤਲਬ ਮੈਂ ਇਸ ਚੀਜ਼ ਨੂੰ ਤੋੜਨਾ ਹੀ ਚਾਹੁੰਦਾ ਸੀਗਾ। ਬਿਲਕੁਲ ਅਹਿਮੀਅਤ ਤੇ ਹੈਗੀ ਹੈ ਪਹਿਨਾਵੇ ਦੀ, ਮਗਰ ਇਹ ਨਹੀਂ ਕਿਹਾ ਜਾ ਸਕਦਾ ਕਿ ਹਰ ਪਹਿਨਾਵੇ ਵਾਲਾ ਵਿਅਕਤੀ ਸਹੀ ਮਾਰਗਦਰਸ਼ਕ ਹੈਗਾ ਜਾਂ ਹਰ ਸਹੀ ਮਾਰਗਦਰਸ਼ਕ ਨੂੰ ਉਹ ਵੇਸ਼ਭੂਸ਼ਾ ਪਾਣੀ ਪਏਗੀ। ਸੋ ਮੈਂ ਇਹ ਚੀਜ਼ ਨੂੰ ਤੋੜਨ ਲਈ ਹੀ ਮੈਨੂੰ ਇੱਕੋ ਚੀਜ਼ ਹਮੇਸ਼ਾ ਸ਼ੁਰੂ ਤੋਂ ਮਨ ਜਿਹੜਾ ਮੇਰਾ ਰਿਹਾ ਹੈ, ਔਰ ਮੈਂ ਹਮੇਸ਼ਾ ਜਿਸ ਚੀਜ਼ ਤੇ ਚੱਲਿਆ ਕਿ ਨੈਚੁਰਲ ਰਹੋ, ਤੁਸੀਂ ਜਿੱਦਾਂ ਹੋ ਉੱਦਾਂ ਰਹੋ। ਜੇ ਤੁਸੀਂ ਰਿਜ਼ਲਟ ਦਿਓਗੇ ਤਾਂ ਲੋਕ ਤੁਹਾਨੂੰ ਆਪਣੇ ਆਪ ਜੁੜਨਗੇ, ਆਪਣੇ ਆਪ ਤੁਹਾਡੇ ਹੱਲ ਹੋਣਗੇ ਤੇ ਤੁਹਾਡਾ ਪਹਿਨਾਵਾ ਸਿੰਪਲ ਵੀ ਹੈ ਤਾਂ ਵੀ ਤੁਸੀਂ ਇਹ 'ਚ ਗਰੋਥ ਕਰਦੇ ਰਹੋਗੇ। ਬਿਲਕੁਲ ਬਿਲਕੁਲ। ਜਦੋਂ ਅਸੀਂ ਰਵੀਸ਼ ਜੀ ਭਾਰਤੀ ਸੰਸਕ੍ਰਿਤੀ ਦੀ ਗੱਲ ਕਰਦੇ ਹਾਂ, ਭਾਰਤੀ ਸੰਸਕ੍ਰਿਤੀ ਦੇ ਵਿੱਚ ਰੰਗਾਂ ਨੂੰ ਬਹੁਤ ਜ਼ਿਆਦਾ ਮਹੱਤਵ ਦਿੱਤਾ ਜਾਂਦਾ ਹੈ ਜੀ, ਕਿਉਂਕਿ ਅੱਜ ਜੀ ਮੰਗਲਵਾਰ ਹੈ, ਤੁਸੀਂ ਲਾਲ ਪਾਣਾ ਹੈ, ਅੱਜ ਸ਼ਨੀਵਾਰ ਹੈ ਤਾਂ ਕਾਲਾ ਪਾਣਾ, ਅੱਜ ਸੋਮਵਾਰ ਹੈ ਤਾਂ ਚਿੱਟਾ ਪਾਣਾ, ਬਹੁਤ ਅਲੱਗ-ਅਲੱਗ, ਅੱਜ ਵੀਰਵਾਰ ਹੈ ਤਾਂ ਪੀਲਾ ਪਾਣਾ ਜਾਂ ਸੰਤਰੀ ਪਾਣਾ। ਤੁਹਾਨੂੰ ਲੱਗਦਾ ਹੈ ਕਿ ਜਿਹੜਾ ਰੰਗ ਨੇ ਉਹਨਾਂ ਦਾ ਵਾਰਾਂ ਦੇ ਨਾਲ ਜਾਂ ਸਾਡੀ ਸੋਚ ਦੇ ਨਾਲ ਕੋਈ ਗਹਿਰਾ ਸੰਬੰਧ ਹੈ? ਬਿਲਕੁਲ ਜੀ, ਸਾਡੇ ਜਿੰਨੇ ਵੀ ਪਲੈਨਟਸ ਨੇ ਉਹ ਅਲੱਗ-ਅਲੱਗ ਕਲਰਸ ਨੂੰ ਰਿਪਰੈਜ਼ੈਂਟ ਕਰਦੇ ਨੇ। ਜਿੱਦਾਂ ਤੁਸੀਂ ਲਾਲ ਦੀ ਗੱਲ ਕੀਤੀ, ਉਹ ਮੰਗਲ ਨੂੰ ਰਿਪਰੈਜ਼ੈਂਟ ਕਰਦਾ ਹੈ, ਚਿੱਟਾ ਜਿਹੜਾ ਚੰਦਰਮਾ ਨੂੰ ਰਿਪਰੈਜ਼ੈਂਟ ਕਰਦਾ ਹੈ। ਬਿਲਕੁਲ ਸਾਇੰਟੀਫਿਕਲੀ, ਮੈਡੀਕਲੀ, ਜਿੱਦਾਂ ਇੱਕ ਡਾਕਟਰ ਦੱਸਦਾ ਹੈ ਕਿ ਤੁਹਾਡੀ ਬਾਡੀ ਦੇ ਵਿੱਚ ਕਿਸ ਚੀਜ਼ ਦੀ ਡੈਫੀਸ਼ੀਐਂਸੀ ਹੈ, ਕਿ ਅਗਰ ਵਿਟਾਮਿਨ ਸੀ ਘੱਟ ਹੈ ਤੇ ਆ ਦਿੱਕਤ ਆ ਸਕਦੀ ਹੈ, ਵਿਟਾਮਿਨ ਏ ਹੈ ਤੇ ਤਾਂ ਇਦਾਂ ਹੀ ਅਸੀਂ ਐਜ਼ ਅ ਐਸਟ੍ਰੋਲੋਜਰ ਦੱਸਦੇ ਹਾਂ ਕਿ ਤੁਹਾਡੀ ਕੁੰਡਲੀ ਦੇ ਵਿੱਚ ਕਿਹੜੀ ਚੀਜ਼ ਅਨਬੈਲੈਂਸ ਹੈ, ਕਿਹੜਾ ਕਲਰ, ਕਿਹੜਾ ਪਲੈਨਟ ਅਨਬੈਲੈਂਸ ਹੈ, ਉਹਨੂੰ ਬੈਲੈਂਸ ਕਰਨ ਲਈ ਕਿਹੜੀ ਚੀਜ਼ ਦੀ ਫ੍ਰੀਕੁਐਂਸੀ ਵਧਾਣੀ ਹੈ ਔਰ ਕਿਸ ਵਾਰ ਨੂੰ ਉਹ ਤੁਹਾਡੇ ਲਈ ਪਾਣਾ ਸ਼ੁਭ ਹੈ। ਤੇ ਬਿਲਕੁਲ ਜੀ ਇਹਦਾ ਪੂਰਾ ਇਫੈਕਟ ਸਾਡੇ ਸਰੀਰ ਤੇ, ਸਾਡੀ ਸੋਚ ਤੇ, ਸਾਡੇ ਵਿਵਹਾਰ 'ਚ, ਸਾਡੇ ਜੀਵਨ 'ਚ ਹੁੰਦਾ ਹੈ ਜੀ। ਜਿਹੜੇ ਤੁਸੀਂ ਕਾਰਜ ਕਰਦੇ ਹੋ, ਕਿਉਂਕਿ ਅਕਸਰ ਅਸੀਂ ਸੋਸ਼ਲ ਮੀਡੀਆ ਤੇ ਦੇਖਦੇ ਰਹਿੰਦੇ ਹਾਂ, ਜਿੰਨੇ ਵੀ ਤੁਸੀਂ ਕੰਮ ਕਰਦੇ ਹੋ ਉਹਨਾਂ ਦਾ ਇੱਕ ਸਟਰੋਂਗ ਬੇਸ ਬਣ ਜਾਂਦਾ ਹੈ ਔਰ ਲੋਕ ਬਹੁਤ ਜ਼ਿਆਦਾ ਤੁਹਾਡੇ ਉੱਤੇ ਜਿਹੜਾ ਨਾ ਉਹ ਵਿਸ਼ਵਾਸ ਕਰਨ ਲੱਗ ਪਏ ਨੇ, ਔਰ ਜੋ ਤੁਸੀਂ ਦੱਸਦੇ ਹੋ ਛੋਟੇ ਛੋਟੇ ਜਿਹੇ ਉਪਾਅ ਉਹਨਾਂ ਨੂੰ ਕਰਕੇ ਉਹ ਆਪਣੇ ਜੀਵਨ ਨੂੰ ਸੰਵਾਰਦੇ ਨੇ, ਸ਼ਿੰਗਾਰਦੇ ਨੇ। ਉਹਦਾ ਬੇਸ ਅਸਲ ਦੇ ਵਿੱਚ ਬਣਦਾ ਕਿੱਦਾਂ ਮਤਲਬ ਇਹ ਜਿਹੜਾ ਸਟਰੋਂਗ ਹੁੰਦਾ ਸਾਰਾ ਕੁਝ? ਦੇਖੋ ਜੀ, ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲੇ ਵੀ ਇੱਕ ਆਨਸਰ ਦਿੱਤਾ, ਉਹਦੇ ਨਾਲ ਹੀ ਇਹ ਗੱਲ ਜੁੜਦੀ ਹੈ ਕਿ ਇਹ ਬ੍ਰਹਮਾਂਡ ਜੁੜਿਆ ਹੋਇਆ, ਹਰ ਚੀਜ਼ ਕਨੈਕਟਡ ਹੈ। ਜਿੱਦਾਂ ਪੋਜ਼ਿਟਿਵ ਚੀਜ਼ਾਂ ਜੁੜਦੀਆਂ, ਨੈਗੇਟਿਵ ਚੀਜ਼ਾਂ ਜੁੜਦੀਆਂ। ਸਾਡੀ ਕਿਸੇ ਵੀ ਤੁਸੀਂ ਦੇਵੀ ਦੇਵਤਿਆਂ ਦੀ ਫੋਟੋ ਤੁਸੀਂ ਦੇਖ ਸਕਦੇ ਹੋ, ਹਰ ਫੋਟੋ ਦੇ ਆਲੇ ਦੁਆਲੇ ਇੱਕ ਔਰਾ ਹੁੰਦਾ, ਉਹਨੂੰ ਅਸੀਂ ਆਭਾ ਮੰਡਲ ਕਹਿੰਦੇ ਆ, ਮਤਲਬ એનર્ਜੀ ਫੀਲਡ ਕਹਿੰਦੇ ਆ, ਮੈਗਨੈਟਿਕ ਫੀਲਡ ਕਹਿੰਦੇ ਆ। ਜਦੋਂ ਵੀ ਅਸੀਂ ਕੋਈ ਚੰਗਾ ਜਾਂ ਮਾੜਾ ਕਾਰਜ ਕਰਦੇ ਆ, ਸਭ ਤੋਂ ਪਹਿਲੇ ਉਹਦਾ ਇਫੈਕਟ ਤੁਹਾਡੇ ਔਰਾ 'ਚ ਹੁੰਦਾ। ਜਿੱਦਾਂ ਤੁਸੀਂ ਕੋਈ ਦਾਨ ਪੁੰਨ ਕਰਦੇ ਹੋ, ਫਿਜ਼ੀਕਲੀ ਬਾਡੀ ਦੇ ਰੂਪ 'ਚ ਤੇ ਕੋਈ ਆ ਕੇ ਤੁਹਾਨੂੰ ਕੁਝ ਦਿੰਦਾ ਨਹੀਂ ਹੈ। ਜਿਹੜੀ ਵੀ ਬਲੇਸਿੰਗਸ ਔਰ ਪੋਜ਼ਿਟਿਵਿਟੀ ਹੁੰਦੀ ਹੈ ਉਸ ਔਰਾ 'ਚ ਪਹਿਲੇ ਹੁੰਦੀ ਹੈ। ਜਿੱਦਾਂ ਤੁਸੀਂ ਅਕਸਰ ਸੁਣਿਆ ਹੋਣਾ ਕਿ ਨਜ਼ਰ ਲੱਗ ਗਈ ਜੀ, ਤੁਸੀਂ ਇੱਕ ਚੀਜ਼ ਦੇਖੀ ਹੋਣੀ ਕਿ ਨਜ਼ਰ ਲੱਗਣ ਲਈ ਕੋਈ ਤੁਹਾਨੂੰ ਆ ਕੇ ਧੱਕਾ ਨਹੀਂ ਦਿੰਦਾ ਜਾਂ ਤੁਹਾਨੂੰ ਕੋਈ ਆ ਕੇ ਪ੍ਰੋਬਲਮ ਨਹੀਂ ਕ੍ਰੀਏਟ ਕਰਦਾ। ਉਹ ਜਿਹੜੀ એનર્ਜੀ ਹੈ, ਉਹ ਇੱਕ ਬਲੇਸਿੰਗਸ ਜਾਂ ਨੈਗੇਟਿਵਿਟੀ, ਉਹ ਤੁਹਾਡੇ ਔਰਾ 'ਚ ਪਹਿਲੇ ਇਫੈਕਟ ਕਰਦੀ ਹੈ, ਫਿਰ ਤੁਹਾਡੀ ਬ੍ਰੇਨ, ਤੁਹਾਡੀ ਫਿਜ਼ੀਕਲ ਬਾਡੀ, ਔਰ ਫਿਰ ਤੁਹਾਡੇ ਡਿਸੀਜਨ ਜਿਹੜੇ ਉਹ ਰਾਈਟ ਔਰ ਰੋਂਗ ਹੋਣੇ ਸ਼ੁਰੂ ਹੋ ਜਾਂਦੇ ਨੇ। ਸੋ ਇਹ ਔਰਾ ਦਾ, ਪਲੈਨਟਸ ਦਾ ਤੇ ਸਾਡੀ એનર્ਜੀ ਫੀਲਡ ਦਾ ਸਾਰਾ ਇੱਕ ਖੇਲ ਹੈ ਕਿ ਜਿਹਦੇ ਵਿੱਚ ਅਸੀਂ ਪਲੈਨਟਸ ਦੀ ਪੋਜੀਸ਼ਨ ਨੂੰ ਦੇਖ ਕੇ ਦੱਸਦੇ ਹਾਂ ਕਿ ਇਹਦੀ ਔਰਾ ਕਲੀਨਿੰਗ ਕਿੱਦਾਂ ਕਰਨੀ ਹੈ। ਜੀ। ਸੋ ਜਦੋਂ ਅਸੀਂ ਗੱਲ ਕਰਦੇ ਹਾਂ, ਮੈਂ ਆਪਣੇ ਐਕਸਪੀਰੀਅੰਸ ਦੀ ਗੱਲ ਕਰਾਂ ਤਾਂ ਮੈਨੂੰ ਕਦੀ ਵੀ ਇਦਾਂ ਦਾ ਕੋਈ ਐਕਸਪੀਰੀਅੰਸ ਨਹੀਂ ਹੋਇਆ। ਤੇ ਜਦੋਂ ਅਸੀਂ ਸਾਇੰਟੀਫਿਕ ਵੇ ਦੇ ਨਾਲ ਇਸ ਵਿਸ਼ੇ ਨੂੰ ਛੂਹਨੇ ਆ ਜਾਂ ਸਾਇੰਟੀਫਿਕ ਵੇ ਦੇ ਨਾਲ ਇਸ ਚੀਜ਼ ਨੂੰ ਗੱਲ ਕਰਦੇ ਆ, ਕੋਈ ਇਹੋ ਜਿਹੀ ਉਦਾਹਰਨ ਹੈ ਤੁਹਾਡੇ ਕੋਲ ਕਿ ਲੋਕ ਵਾਕਈ ਕਹਿਣ ਕਿ ਹਾਂ ਇਹ ਗੱਲ ਸਹੀ ਹੈ ਔਰ ਜੋਤਿਸ਼ ਵਿਦਿਆ ਕਾਫੀ ਹੱਦ ਤੱਕ ਨਹੀਂ, ਮੈਂ ਕਹਾਂਗੀ ਬਿਲਕੁਲ ਹੀ ਸਹੀ ਹੈ? ਦੇਖੋ ਜੀ, ਗੱਲ ਇਹ ਹੈ ਕਿ ਇੱਕ ਆਮ ਬੰਦਾ ਕਿਸੇ ਚੀਜ਼ ਬਾਰੇ ਦੱਸੇ ਕਿ ਮੈਨੂੰ ਇਸ ਚੀਜ਼ ਦਾ ਪ੍ਰਮਾਣ ਮਿਲਿਆ ਜਾਂ ਮੈਨੂੰ ਰਿਜ਼ਲਟ ਮਿਲਿਆ, ਮੈਂ ਤੁਹਾਨੂੰ ਤੁਹਾਡੀ ਲਾਈਨ ਦੇ ਹੀ ਪੱਤਰਕਾਰ, ਸੀਨੀਅਰ ਪੱਤਰਕਾਰ ਹੈਗੇ ਨੇ ਜੀ ਆਪਣਾ, ਮੈਂ ਉਹਨਾਂ ਦੇ ਜਿਹੜੇ ਆਪਣੇ ਵਿਚਾਰ ਨੇ, ਕਿਉਂਕਿ ਬਹੁਤ ਸਾਲ ਪਹਿਲੇ ਮੈਂ ਉਹਨਾਂ ਨੂੰ 2002-3 ਦੇ ਕਰੀਬ ਮਿਲਿਆ ਸੀ ਤੇ ਉਹ ਵੀ ਇਸ ਚੀਜ਼ ਦੇ ਉੱਤੇ, ਇਸ ਦੇ ਰਿਜ਼ਲਟਸ ਦੇ ਉੱਤੇ ਥੋੜਾ ਵਿਚਾਰ ਰੱਖਦੇ ਸੀਗੇ ਕਿ ਇਹਨਾਂ ਇਸ ਚੀਜ਼ ਦੇ ਵਿਚਾਰ ਸੀਗਾ ਕਿ ਕਿੰਨਾ ਕੁ ਰਿਜ਼ਲਟ ਹੈ, ਕਿੱਦਾਂ ਦਾ ਰਿਜ਼ਲਟ ਹੈ। ਬੜੇ ਸਾਲਾਂ ਬਾਅਦ ਸਾਡੀ ਮੁਲਾਕਾਤ ਹੋਈ ਤੇ ਮੈਂ
ਤੁਹਾਡੇ ਵਿਊਅਰਸ ਨੂੰ ਉਹਨਾਂ ਦੇ ਹੀ ਵਿਊ ਜਿਹੜੇ ਹੈਗੇ ਆ, ਇੱਕ ਕਲਿੱਪ ਦੇ ਰਾਹੀਂ ਸੁਣਾਉਣਾ ਚਾਹਾਂਗਾ, ਕਿਉਂਕਿ ਜੇ ਮੈਂ ਦੱਸਾਂਗਾ ਤੇ ਅਲੱਗ ਲੱਗੇਗਾ, ਜੇ ਉਹ ਆਪਣੇ ਮੂੰਹੋਂ ਦੱਸਣਗੇ ਕਿ ਜ਼ਿੰਦਗੀ ਦੇ ਬੜੇ ਵੱਡੇ ਕੰਮ ਕਿ ਆਮ ਬੰਦਾ ਕਹਿੰਦਾ ਜੀ ਮੈਂ ਆਪਣਾ ਘਰ-ਬਾਰ ਬਣਾਵਾਂ, ਮੇਰਾ ਬੱਚਾ ਪੜ੍ਹ ਲਿਖ ਜਾਵੇ, ਮੇਰਾ ਵਿਦੇਸ਼ ਦੇ ਵਿੱਚ ਕੋਈ ਯਾਤਰਾ ਹੋ ਜਾਏ, ਜਾਂ ਮੇਰੀ ਸਿਹਤ ਚੰਗੀ ਰਵੇ। ਮੈਨੂੰ ਲੱਗਦਾ ਹੈ 4 ਚੀਜ਼ਾਂ 'ਚ ਬਹੁਤ ਕੁਝ ਸਿਮਟ ਜਾਂਦਾ ਹੈ। ਤੇ ਜਿਸ ਸਨ ਵਿੱਚ ਕਿਹਾ, ਜਿਸ ਢੰਗ ਨਾਲ ਕਿਹਾ, ਈਸ਼ਵਰ ਨੇ ਜੋਤਿਸ਼ ਦੀ ਰੀਡਿੰਗ ਦੇ ਥਰੂ ਜੋ ਅਸੀਂ ਉਹਨਾਂ ਨੂੰ ਗਾਈਡ ਕੀਤਾ ਤੇ ਪ੍ਰਮਾਤਮਾ ਨੇ ਉਹੀ ਚੀਜ਼ ਉਹਨਾਂ ਨੂੰ ਬਖਸ਼ੀ। ਤੇ ਉਹ ਕਲਿੱਪ ਮੈਂ ਤੁਹਾਡੇ ਜਿਹੜੇ ਵਿਊਅਰਸ ਹੈ ਉਹਨਾਂ ਨੂੰ ਜ਼ਰੂਰ ਸੁਣਾਉਣਾ ਚਾਹਾਂਗਾ। ਸੋ ਪਹਿਲਾਂ ਤੁਹਾਨੂੰ ਕਲਿੱਪ ਦਿਖਾਉਂਦੇ ਆ, ਉਸ ਤੋਂ ਬਾਅਦ ਅਸੀਂ ਆਪਣੀ ਜਿਹੜੀ ਵਿਚਾਰ ਚਰਚਾ ਉਹਨੂੰ ਜਾਰੀ ਰੱਖਾਂਗੇ। ਔਰ ਜਦੋਂ ਮੈਂ ਦੇਖਿਆ ਕਿ 16 ਸਾਲ ਦੀ ਉਮਰ ਦਾ ਮੁੰਡਾ ਇੱਕ ਇਦਾਂ ਦੀ ਗੱਲਾਂ ਕਰਦਾ ਤੇ ਮੈਂ ਨਾਲ ਹੱਥ ਰੱਖਿਆ, ਮੈਂ ਕਿਹਾ ਚਲੋ ਕੋਈ ਨਹੀਂ ਕਾਕਾ ਕਰ ਸਹੀ, ਜੋਤਿਸ਼ ਵਾਕਈ ਇੱਕ ਸਾਇੰਸ ਹੈ ਪਰ ਇਮਾਨਦਾਰੀ ਇਹਦੇ ਵਿੱਚ ਚਾਹੀਦੀ ਹੈ। ਇਹਨਾਂ ਨੇ ਮੇਰਾ ਜਨਮ ਤਰੀਕ ਦੇਖ ਕੇ ਮੈਨੂੰ ਕਹਿੰਦੇ ਕੋਈ ਬਾਹਰ ਦਾ ਟੂਰ ਦਾ ਵਿਚਾਰ ਬਣਦਾ ਪਿਆ। ਮੈਂ ਕਿਹਾ ਨਹੀਂ, ਮੈਂ ਕਿਹਾ ਮੈਨੂੰ ਤਾਂ ਜਿੰਨਾ ਕਿ ਨੌਲੇਜ ਹੈ ਮੈਂ ਪੰਡਤਾਂ ਨੂੰ ਹੱਥ ਵੀ ਦਿਖਾ ਬੈਠਾ ਸੀਗਾ। ਉਹ ਕਹਿੰਦੇ ਜੀ ਵਿਦੇਸ਼ ਦੀ ਰੇਖਾ ਹੀ ਹੈ ਨਹੀਂ। ਤੇ ਮੈਂ ਕਿਹਾ ਜੀ ਮੈਂ ਤਾਂ ਬਾਹਰ ਜਾਣ ਦਾ ਸੁਪਨੇ 'ਚ ਵੀ ਨਹੀਂ ਸੋਚਿਆ ਕਦੇ। ਤੇ ਕਹਿੰਦਾ ਮੈਂ ਕਿਹਾ ਮੈਂ ਤਾਂ ਪਾਸਪੋਰਟ ਵੀ ਨਹੀਂ ਬਣਾਇਆ ਸੀਗਾ ਇਸੇ ਕਰਕੇ। ਮੈਂ ਕਿਹਾ ਜਦ ਰੇਖਾ ਹੀ ਹੈ ਨਹੀਂ ਤੇ ਪਾਸਪੋਰਟ ਕਾਹਦੇ ਬਣਾਉਣਾ। ਤੇ ਹੋਇਆ ਕੀ, ਮੈਨੂੰ ਕਹਿੰਦੇ ਨਹੀਂ ਜੀ ਤਿਆਰੀ ਕਰੋ। ਮੈਂ ਕਿਹਾ ਜੀ ਤਿਆਰੀ ਲਈ ਪੈਸੇ ਚਾਹੀਦੇ ਹੁੰਦੇ ਆ। ਕਹਿੰਦੇ ਉਹ ਵੀ ਆ ਜਾਣਗੇ। ਕਹਿੰਦੇ ਹੋ ਸਕਦਾ ਤੁਸੀਂ ਬੈਂਕ ਵੱਲੋਂ ਹੀ ਚਲੇ ਜਾਓ। ਉਹ ਮੈਂ ਕਿਹਾ ਜੀ ਬੈਂਕ ਵਾਲੇ ਤਾਂ ਕਦੀ ਇਦਾਂ ਭੇਜਦੇ ਤਾਂ ਹੈ ਨਹੀਂ। ਹਾਂ ਮੈਂ ਕਿਹਾ ਬੈਂਕ 'ਚ ਇੱਕ ਕੰਟੈਸਟ ਆਇਆ ਤਾਂ ਹੈ, ਪਰ ਮੈਂ ਕਿਹਾ ਮੈਂ ਹਲੇ ਬਹੁਤ ਬੱਚੇ ਆ, ਇੰਨਾ ਪੈਸਾ ਪਬਲਿਕ ਕੋਲੋਂ ਇਕੱਠਾ ਕਰਨਾ, ਉਹ ਅਚੀਵਮੈਂਟ ਤੇ ਪਹੁੰਚਣਾ, ਫੇਰ ਕਿਤੇ ਜਾ ਕੇ ਨੰਬਰ ਆਉਣਾ ਹੈ। ਲੋਕੀ ਤਾਂ 6-6 7-7 ਮਹੀਨੇ ਹੋ ਗਏ ਇਹਨੂੰ ਲੱਗੇ ਨੂੰ, ਤੇ ਮੈਂ ਤਾਂ ਹਲੇ ਸ਼ੁਰੂ ਵੀ ਨਹੀਂ ਕੀਤਾ। ਤੇ 1 ਅਗਸਤ ਜਾਂ ਸਤੰਬਰ ਦਾ ਵੇਲਾ ਸੀਗਾ ਉਸ ਵੇਲੇ। ਮੈਂ ਕਿਹਾ ਚਲੋ ਛੱਡੋ, ਕੋਈ ਹੋਰ ਗੱਲ ਕਰੋ। ਮੈਂ ਕਿਹਾ ਵਿਦੇਸ਼ ਦੀ ਗੱਲ ਤਾਂ ਹੈ ਨਹੀਂ। ਕਹਿੰਦੇ ਨਹੀਂ ਤੁਸੀਂ ਬੋਰੀਆ ਬਿਸਤਰਾ ਬੰਨ ਕੇ ਰੱਖੋ ਤੇ ਪਾਸਪੋਰਟ ਬਣਾ ਲਓ। ਫਿਰ ਮੈਨੂੰ ਕਹਿੰਦੇ ਕੋਈ ਨਵੀਂ ਕੋਠੀ ਦਾ ਵਿਚਾਰ ਬਣਦਾ ਪਿਆ। ਮੈਂ ਕਿਹਾ ਜੀ 3 ਮਰਲੇ ਦੇ ਮਕਾਨ 'ਚ ਰਹਿੰਦੇ ਆ, ਕੋਠੀ ਬਾਰੇ ਕੋਈ ਸੋਚਿਆ ਹੀ ਨਹੀਂ। ਮੈਂ ਕਿਹਾ ਜੀ ਮੈਂ ਹੱਸਣ ਲੱਗ ਪਿਆ। ਮੈਂ ਕਿਹਾ ਹੈ ਵੀ ਨਹੀਂ ਕੋਈ ਸੋਚਿਆ, ਜਾਂ ਜਬਲੀ ਮਾਰਦੇ ਪਏ ਕਿ ਪੁਰਾਣੇ ਮਿਲੇ ਆ ਮਿੱਤਰ ਕਿਤੇ। ਤੇ ਜਦੋਂ ਮੈਂ ਪੁੱਛਿਆ, ਮੈਂ ਕਿਹਾ ਬੇਟਾ ਥੋੜੀ ਜਿਹੀ ਤਿਆਰੀ ਕਰ ਰਿਹਾ ਕੰਪੀਟੀਟਿਵ ਐਗਜ਼ਾਮ ਦੀ। ਕਹਿੰਦੇ ਫਿਰ ਉਹਦਾ ਬਰਥਡੇ ਕਦੋਂ? ਮੈਂ ਕਿਹਾ ਜੀ ਸਤੰਬਰ 'ਚ। ਕਹਿੰਦਾ ਇਹ ਸਤੰਬਰ 'ਚ ਤਾਂ ਨਹੀਂ, ਕਿਉਂਕਿ 2 ਮਹੀਨੇ ਬਾਅਦ ਹੀ ਸੀਗਾ। ਕਹਿੰਦੇ ਪਰ ਗੱਲ ਬਣ ਜਾਣੀ ਹੈ। ਤੇ ਮੈਂ ਕਿਹਾ ਜੀ ਉਹ ਆਰਮੀ ਦੇ ਵਿੱਚ ਆਫੀਸਰ ਦੀ ਗੱਲ ਕਰ ਰਿਹਾ ਬਣਨ ਦੀ, 2 ਵਾਰ ਇੰਟਰਵਿਊ 'ਚੋਂ ਫੇਲ ਹੋ ਚੁੱਕਾ ਹੈ। ਕਹਿੰਦੇ ਇੱਕ ਹੀ ਗੱਲ ਬਣ ਜਾਣੀ। ਔਰ ਮੈਂ ਅੱਜ ਤੁਹਾਡੇ ਸਾਹਮਣੇ ਦਾਅਵੇ ਨਾਲ ਕਹਿਣਾ ਹੈ, ਮੈਂ ਕੋਈ ਪ੍ਰੋਜੈਕਟਡ ਪਰਸਨ ਨਹੀਂ ਹੈ, ਮੈਂ ਇੱਕ ਸ਼ਹਿਰ ਦਾ ਜ਼ਿੰਮੇਵਾਰ ਬੰਦਾ ਆ। ਮੈਂ ਦਾਅਵੇ ਨਾਲ ਇੰਨੀ ਗੱਲ ਕਹਿਣਾ ਆ ਕਿ ਮੈਂ ਅਗਸਤ ਜਾਂ ਜੁਲਾਈ ਦੇ ਲਾਸਟ 'ਚ ਆਇਆ ਸੀਗਾ ਇਹਨਾਂ ਕੋਲ, ਉਹਨਾਂ ਦਿਨਾਂ ਦੇ ਵਿੱਚ, ਤੇ ਦਸੰਬਰ ਤੱਕ ਸਾਡੇ ਕੋਲ ਆਪਣੀ ਕੋਠੀ ਸੀਗੀ 3 ਮਰਲੇ ਤੋਂ 11.25 ਮਰਲੇ। ਵਿਦੇਸ਼ ਦੇ ਵਿੱਚ ਟੂਰ ਮੇਰਾ ਏਦਾਂ ਓਕੇ ਹੋਇਆ ਕਿ ਮੈਂ ਟੌਪਰਸ ਦੇ ਵਿੱਚੋਂ ਆ ਗਿਆ ਤੇ ਮੈਂ ਵਿਦੇਸ਼ ਜਾ ਵੀ ਆਇਆ। ਉਸ ਤੋਂ ਬਾਅਦ ਬੇਟੇ ਦੀ ਆਰਮੀ ਆਫੀਸਰ ਦੇ ਤੌਰ ਤੇ ਸਿਲੈਕਸ਼ਨ ਹੋ ਗਈ, ਲੈਫਟੀਨੈਂਟ ਭਰਤੀ ਹੋ ਗਿਆ। ਲੈਫਟੀਨੈਂਟ ਤੋਂ ਬਾਅਦ ਕੈਪਟਨ ਤੋਂ ਬਾਅਦ ਇਸ ਵੇਲੇ ਉਹ ਮੇਜਰ ਦੀ ਪੋਸਟ ਤੇ ਹੈ। ਔਰ ਮੈਂ ਸ਼ੁਕਰਗੁਜ਼ਾਰ ਹਾਂ ਰਵੀਸ਼ ਹੋਣਾ ਦਾ, ਜਿਨ੍ਹਾਂ ਦੀ ਕੈਲਕੂਲੇਸ਼ਨ ਨੇ, ਜਿਨ੍ਹਾਂ ਦੇ ਉਪਾਏ ਨੇ ਇੰਨਾ ਵਰਕ ਕੀਤਾ ਹੈ। ਮੈਨੂੰ ਵਿਸ਼ਵਾਸ ਹੈ, ਵਿਸ਼ਵਾਸ ਪਹਿਲਾਂ ਵੀ ਸੀ, ਵਿਸ਼ਵਾਸ ਉਹ ਮਜ਼ਬੂਤ ਹੋਇਆ ਹੈ ਜਦੋਂ ਮੈਂ ਇਹੋ ਜਿਹੀ ਸਾਇੰਸ ਨੂੰ ਅੱਛੇ ਤਰੀਕੇ ਨਾਲ ਪੜ੍ਹਨ ਵਾਲੇ ਤੇ ਲੋਕਾਂ ਨੂੰ ਗਾਈਡ ਕਰਨ ਵਾਲੇ ਲੋਕ ਦੇਖੇ। ਰਵੀਸ਼ ਜੀ, ਅਕਸਰ ਤੁਹਾਨੂੰ ਨਾ ਸਿਤਾਰਿਆਂ ਦੇ ਸਿਤਾਰੇ ਵੇਖਣ ਵਾਲਾ ਕਿਹਾ ਜਾਂਦਾ ਹੈ ਨਾ, ਕਿਉਂਕਿ ਜੇ ਅਸੀਂ ਗੱਲ ਕਰਦੇ ਹਾਂ ਪੰਜਾਬੀ ਇੰਡਸਟਰੀ ਦੀ ਗੱਲ ਕਰੀਏ ਜਾਂ ਅਸੀਂ ਉਸ ਮੀਡੀਆ ਦੀ ਗੱਲ ਕਰੀਏ ਜਿਹੜਾ ਬੰਬੇ ਦੇ ਵਿੱਚ ਬੈਠਾ ਹੈ, ਬਹੁਤ ਸਾਰੇ ਸੀਰੀਅਲਸ ਦੇ ਕਲਾਕਾਰ ਨੇ, ਜਾਂ ਅਸੀਂ ਗੱਲ ਕਰੀਏ ਹਿੰਦੀ ਫਿਲਮਾਂ ਦੀ ਗੱਲ ਕਰ ਲਈਏ ਜਾਂ ਪੰਜਾਬੀ ਫਿਲਮਾਂ ਦੀ ਗੱਲ ਕਰੀਏ, ਅਸੀਂ ਪੰਜਾਬੀ ਇੰਡਸਟਰੀ ਦੀ ਗੱਲ ਕਰੀਏ ਜਾਂ ਹਿੰਦੀ ਇੰਡਸਟਰੀ ਦੀ ਗੱਲ ਕਰੀਏ, ਪੰਜਾਬ ਦੀ ਗੱਲ ਕਰ ਲਈਏ, ਬਹੁਤ ਸਾਰੇ ਇਹੋ ਜਿਹੇ ਸਾਡੇ ਸਟਾਰਸ ਨੇ ਜਿਹੜੇ ਤੁਹਾਡੇ ਕੋਲੋਂ ਸਲਾਹ ਲੈਂਦੇ ਨੇ, ਹੈ ਨਾ। ਤੇ ਅਕਸਰ ਮੈਂ ਸਵਾਲ ਜਿਹੜੇ ਨੇ ਨਾ ਇਹ ਸਿਤਾਰਿਆਂ ਨੂੰ ਪੁੱਛਦੀ ਹੁੰਦੀ ਹਾਂ ਵੀ ਤੁਸੀਂ ਆਪਣੇ ਪਿੰਡ ਤੋਂ ਉੱਠ ਕੇ ਇੰਡਸਟਰੀ ਦੇ ਵਿੱਚ ਕਿੱਦਾਂ ਚਲੇ ਗਏ, ਪੰਜਾਬੀ ਇੰਡਸਟਰੀ ਦੇ ਵਿੱਚ, ਜੇ ਤੁਸੀਂ ਆਪਣੇ ਪਿੰਡ ਸ਼ਹਿਰ ਤੋਂ ਉੱਠ ਕੇ ਬੰਬੇ ਦੇ ਵਿੱਚ ਕਿੱਦਾਂ ਚਲੇ ਗਏ। ਤੇ ਅੱਜ ਮੈਂ ਤੁਹਾਨੂੰ ਇਹ ਸਵਾਲ ਕਰਾਂਗੀ ਕਿ ਤੁਸੀਂ ਜਲੰਧਰ ਤੋਂ ਉੱਠ ਕੇ ਜੇ ਗੱਲ ਕਰਾਂ ਬੰਬੇ ਦੀ ਇੰਡਸਟਰੀ ਦੇ ਵਿੱਚ, ਫਿਲਮੀ ਇੰਡਸਟਰੀ ਦੇ ਵਿੱਚ, ਉਹਨਾਂ ਦੇ ਸਿਤਾਰੇ ਦੇਖਣ ਵਾਲੇ ਇਹ ਕਿੱਦਾਂ ਪਹੁੰਚ ਗਏ? ਗੱਲ ਫਿਰ ਆਪਣੇ ਮਾਪਿਓ ਦੇ ਆਸ਼ੀਰਵਾਦ ਤੇ ਉਹਨਾਂ ਦੀਆਂ ਬਲੇਸਿੰਗਸ ਤੇ ਆ ਜਾਂਦੀ ਹੈ ਜੀ ਕਿ ਬਹੁਤ ਸਾਲ ਪਹਿਲੇ ਜਦੋਂ ਮੈਂ ਸ਼ੁਰੂ ਕੀਤਾ ਛੋਟੀ ਉਮਰ ਦੇ ਵਿੱਚ 16-17 ਸਾਲ ਦੀ ਉਮਰ 'ਚ ਇਹ ਲਾਈਨ ਦੇ ਵਿੱਚ, ਮੇਰੇ ਫਾਦਰ ਨੇ ਹੀ ਇਹ ਗੱਲ ਪ੍ਰੈਡਿਕਟ ਕੀਤੀ ਸੀ ਕਿ ਫਲਾਣੇ ਸੰਨ 'ਚ, ਫਲਾਣੇ ਮਹੀਨੇ 'ਚ, ਫਲਾਣੀਆਂ ਤਰੀਕਾਂ 'ਚ ਤੁਸੀਂ ਬੰਬੇ ਦੇ ਵਿੱਚ ਇਸ
ਲਾਈਨ ਨੂੰ ਅੱਗੇ ਵਧਾਓਗੇ, ਉੱਥੋਂ ਦੇ ਲੋਕਾਂ ਨੂੰ ਜੋਤਿਸ਼ ਔਰ ਵਾਸਤੂ ਦੀ ਵਿੱਦਿਆ ਦੇ ਨਾਲ ਮਾਰਗਦਰਸ਼ਨ ਕਰੋਗੇ ਜੀ। ਸਬੱਬ ਤੇ ਕੋਈ ਨਾ ਕੋਈ ਬਹਾਨਾ ਤੇ ਬਣਦਾ ਹੀ ਹੈ ਜੀ। ਆਸ਼ੀਰਵਾਦ ਤੇ ਪ੍ਰੈਡਿਕਸ਼ਨ ਤੇ ਮੇਰੇ ਫਾਦਰ ਦੀ ਹੀ ਸੀ ਜੀ। ਔਰ ਮੇਰੇ ਦੋਸਤ ਔਰ ਜਿਹੜਾ ਇੱਕ ਰਿਜ਼ਲਟ ਹੈ, ਕਿਉਂਕਿ ਜਿਹੜੇ ਲੋਕ ਉੱਥੋਂ ਦੇ ਮੇਰੇ ਕੰਟੈਕਟ 'ਚ ਆਉਂਦੇ ਸੀਗੇ, ਜਿਨ੍ਹਾਂ ਨੂੰ ਮੈਂ ਗਾਈਡ ਕਰਦਾ ਸੀ, ਰਿਜ਼ਲਟ ਦਿੰਦਾ ਸੀਗਾ, ਉਹ ਸਰਕਲ ਤੇ ਬਣੀ ਜਾ ਰਿਹਾ ਸੀਗਾ। ਤੇ ਕੁਝ ਪਰਮਾਤਮਾ ਨੇ ਇੰਨੇ ਅੱਛੇ ਰਿਜ਼ਲਟ ਲੋਕਾਂ ਨੂੰ ਦਿੱਤੇ ਤੇ ਜਿਹੜਾ ਉਸ ਸਮੇਂ ਔਰ ਪ੍ਰੈਡਿਕਸ਼ਨ ਉਹ ਸਭ ਕੁਝ ਜੁੜ ਗਿਆ ਤੇ ਪਰਮਾਤਮਾ ਨੇ ਫਿਰ ਉਸ ਜਨਵਰੀ 2014 ਚ ਪਹਿਲੀ ਵਾਰੀ ਮੈਨੂੰ ਉੱਥੇ ਜਾਣ ਦਾ ਮੌਕਾ ਮਿਲਿਆ। ਤੇ ਬਿਲਕੁਲ ਜਿਹੜੀ ਗੱਲ ਤੁਸੀਂ ਕਹੀ ਕਿ ਮੈਨੂੰ ਬਾਲੀਵੁੱਡ ਔਰ ਜਿਹੜੀ ਟੀਵੀ ਇੰਡਸਟਰੀ ਹੈ, ਖਾਸ ਕਰਕੇ ਬੰਬੇ ਦੀ ਧਰਤੀ ਹੈ, ਉਹ ਮੈਨੂੰ ਆਪਣਾ ਦੂਜਾ ਘਰ, ਮੈਨੂੰ ਆਪਣਾ ਪਰਿਵਾਰ ਹੀ ਲੱਗਦੀ ਹੈ। ਤੇ ਇਹ ਸਾਰਾ ਬਹਾਨਾ ਆਸ਼ੀਰਵਾਦ ਮਾਪਿਓ ਦਾ, ਦੋਸਤਾਂ ਯਾਰਾਂ ਦੀ ਸਪੋਰਟ ਔਰ ਆਪਣੀ ਮਤਲਬ ਜਿਹੜੀ ਮਿਹਨਤ ਹੈ, ਇਹ ਉਹਦੇ ਹੀ ਸਦਕੇ ਅਸੀਂ ਉੱਥੇ ਤੱਕ ਪਹੁੰਚੇ ਸੀ। ਜਦੋਂ ਦਿਓਲ ਪਰਿਵਾਰ ਦੀ ਗੱਲ ਕੀਤੀ ਜਾਂਦੀ ਹੈ, ਈਸ਼ਾ ਦਿਓਲ ਨੇ ਹੈ ਨਾ, ਜਾਂ ਬਾਕੀ ਉਹਨਾਂ ਦੀ ਫੈਮਿਲੀ ਹੈ, ਧਰਮਿੰਦਰ ਜੀ ਨੇ ਹੈ ਨਾ, ਹਿਮਾ ਜੀ ਨੇ, ਔਰ ਹਮੇਸ਼ਾ ਹਿਮਾ ਜੀ ਤੁਹਾਨੂੰ ਆਪਣਾ ਪੁੱਤਰ ਕਹਿ ਕੇ ਬੁਲਾਉਂਦੇ ਨੇ, ਧਰਮਿੰਦਰ ਜੀ ਵੀ ਆਪਣਾ ਬੇਟਾ ਕਹਿ ਕੇ ਬੁਲਾਉਂਦੇ ਨੇ। ਔਰ ਜਦੋਂ ਅਸੀਂ ਉਹਨਾਂ ਦੀਆਂ ਕੁੜੀਆਂ ਦੀ ਗੱਲ ਕਰਦੇ ਹਾਂ, ਉਹ ਵੀ ਈਸ਼ਾ ਜੀ ਵੀ ਅਕਸਰ ਕਹਿੰਦੇ ਕਿ ਮੇਰਾ ਵੀਰ ਹੈ, ਮੇਰਾ ਭਰਾ ਹੈ ਨਾ, ਕਿਉਂਕਿ ਇੱਕ ਬਹੁਤ ਵੱਡੀ ਗੱਲ ਹੈ ਉੱਥੋਂ ਤੱਕ ਪਹੁੰਚਣਾ। ਪਹਿਲੀ ਤੇ ਗੱਲ ਤੁਸੀਂ ਦੱਸਿਆ ਕਿ 2014 ਤੋਂ ਤੁਸੀਂ ਉੱਥੇ ਜਾਣਾ ਸ਼ੁਰੂ ਕੀਤਾ ਔਰ ਇਹ ਦੂਜਾ ਪਰਿਵਾਰ ਬਣ ਗਿਆ। ਉਹ ਤੁਹਾਨੂੰ ਆਪਣਾ ਬੇਟਾ ਕਹਿੰਦੇ ਨੇ ਜਾਂ ਭਰਾ ਕਹਿੰਦੇ ਨੇ, ਇਹ ਜਿਹੜਾ ਰਿਲੇਸ਼ਨ ਹੈ ਇਹ ਕਿੱਦਾਂ ਬਣਿਆ? ਦੇਖੋ ਜੀ, ਮੈਂ ਹਮੇਸ਼ਾ ਇੱਕ ਚੀਜ਼ ਜ਼ਰੂਰ ਕਹਿਣਾ ਚਾਹੂੰਗਾ, ਜਿਹੜਾ ਤੁਸੀਂ ਭਰਾ ਜਾਂ ਪੁੱਤਰ ਵਾਲੀ ਗੱਲ ਕੀਤੀ, ਕਿਉਂਕਿ ਕਹਿਣ ਨੂੰ ਤੇ ਤੁਹਾਨੂੰ ਸ਼ਬਦਾਂ 'ਚ ਕੋਈ ਵੀ ਕਹਿ ਸਕਦਾ, ਮਗਰ ਜਿਹੜੀ ਤੁਹਾਡੀ ਇੱਕ ਫੀਲਿੰਗਸ ਹੈ ਸਾਹਮਣੇ ਵਾਲੇ ਲਈ, ਜੋ ਉਸ ਰਿਸਪੈਕਟ ਹੈ, ਉਹ ਅਹਿਸਾਸ ਜਿਹੜਾ ਦੋਨੋਂ ਬੰਨੇ ਹੋਣਾ ਚਾਹੀਦਾ। ਦੂਸਰੀ ਗੱਲ ਹੈ ਕਿ ਮੈਨੂੰ ਜਦੋਂ ਦਾ ਮੈਂ ਇਸ ਪ੍ਰੋਫੈਸ਼ਨ 'ਚ ਆਇਆ, ਮੈਂ ਇਸ ਪ੍ਰੋਫੈਸ਼ਨ 'ਚ ਆਇਆ ਸੀ ਲੋਕਾਂ ਨੂੰ ਰਿਜ਼ਲਟ ਦੇਣ ਲਈ, ਔਰ ਅੱਜ ਤੱਕ ਸੇਮ ਥਿਊਰੀ ਹੈ ਕਿ ਜਦੋਂ ਤੁਸੀਂ ਕਿਸੇ ਨੂੰ ਗਾਈਡ ਕਰਨਾ ਤੇ ਜੇ ਤੁਸੀਂ ਆਪਣੀ ਮਾਂ ਦੇ ਰੂਪ 'ਚ, ਆਪਣੀ ਭੈਣ ਦੇ ਰੂਪ 'ਚ ਉਹਨੂੰ ਤੁਸੀਂ ਗਾਈਡ ਕਰਦੇ ਹੋ ਤੇ ਤੁਹਾਡੇ ਰਿਜ਼ਲਟ ਵਧੀਆ ਆਉਂਦੇ ਨੇ। ਤੇ ਕਹਿਣ ਦਾ ਮਤਲਬ ਹੈ ਕਿ ਅਸੀਂ ਆਪਣੀ ਪੂਰੀ ਭਾਵਨਾ ਨਾਲ, ਅਸੀਂ ਪੂਰੀ ਸ਼ਰਧਾ ਦੇ ਨਾਲ, ਚਾਹੇ ਉਹ ਈਸ਼ਾ ਜੀ ਹੋਣ, ਚਾਹੇ ਕੋਈ ਬਾਲੀਵੁੱਡ ਦਾ ਬੰਦਾ ਹੋਵੇ ਜਾਂ ਆਮ ਸਾਡੇ ਜਿਹੜੇ ਲੋਕ ਹੈਗੇ ਆ, ਉਹਨਾਂ ਨੂੰ ਉਸ ਤਰ੍ਹਾਂ ਹੀ ਗਾਈਡ ਕਰਦੇ ਆ। ਤੇ ਜਿਹੜਾ ਰਿਜ਼ਲਟ ਪਰਮਾਤਮਾ ਨੇ ਉਹਨਾਂ ਨੂੰ ਦਿੱਤਾ, ਕਿਉਂਕਿ ਉਹ ਤੇ ਮੇਰੇ ਜੰਮਣ ਤੋਂ ਪਹਿਲੇ ਦੇ ਲੈਜੈਂਡ ਨੇ, ਮਤਲਬ ਇੱਕ ਸ਼ਖਸੀਅਤ ਨੇ, ਮਗਰ ਮੈਂ ਜਦੋਂ ਪਹਿਲੀ ਵਾਰੀ ਮਿਲਿਆ ਉਹਨਾਂ ਨੂੰ ਤੇ ਇਹੀ ਪ੍ਰੇ ਕੀਤੀ ਕਿ ਇਹ ਪਰਮਾਤਮਾ ਮੇਰੇ ਦੁਆਰਾ ਇਹਨਾਂ ਨੂੰ ਉਹੀ ਚੀਜ਼ਾਂ ਦਈ ਜਿਹੜੀਆਂ ਅੱਜ ਤੱਕ ਇਹ ਉਡੀਕ ਕਰਦੇ ਪਏ ਨੇ। ਤੇ ਉਸ ਪ੍ਰਭੂ ਨੇ ਸੁਣੀ, ਉਹਨਾਂ ਨੂੰ ਰਿਜ਼ਲਟ ਦਿੱਤਾ, ਸਾਡੀ ਮਿਹਨਤ ਦਾ ਫਲ ਮਿਲਿਆ। ਤੇ ਉਹ ਜਿਹੜੀ ਹੌਲੀ ਹੌਲੀ ਜਿਹੜਾ ਇੱਕ ਆਸ਼ੀਰਵਾਦ ਹੈਗਾ, ਉਹ ਇੱਕ ਰਿਜ਼ਲਟ ਹੈਗਾ, ਉਹ ਇੱਕ ਪਰਿਵਾਰ ਦੀ ਇੱਕ ਫੀਲਿੰਗ ਔਰ ਰੂਪਰੇਖਾ ਲੈ ਗਿਆ ਜੀ। ਮੇਰਾ ਸ਼ਹਿਰ ਹੈ ਜਲੰਧਰ, ਬੜੀਆਂ ਯਾਦਾਂ ਜੁੜੀਆਂ ਉਹਦੇ ਨਾਲ। रविश आया, मुझे कहना इनका इफेक्ट बहुत ही पॉजिटिव रहा है, काफी साल से जानते हैं अभी मैं, और मेरे लिए तो ये मेरा छोटा भाई है। रविश अब्रोल को मैं कई सालों से जानती हूँ। इनसे मैं समय समय पर एस्ट्रोलॉजी और वास्तु के बारे में पूछती हूँ और इनका कहना सब बहुत ही सही रहता है। सो आई एम वेरी वेरी इम्प्रेस्ड एंड मैनी पीपल विल ऑल्सो गेट लॉट ऑफ बेनिफिट आउट ऑफ हिम। थैंक्स अ लॉट रविश फॉर बीइंग। मैं हूँ काव्या पंजाबी और ये है रविश जी, जिनके बिना मैं हिलती भी नहीं हूँ, मेरे जीवन का एक पत्ता नहीं हिलता, मैं हिलने नहीं देती हूँ। बस छोटी सी बात कहूँगी जो मेरे लिए बहुत बड़ी है कि इन्होंने मुझे जिंदा रखा। There is a bonding that has been created by the Almighty. Now he is more like a brother to us. ਇਹ ਗੱਲ ਬੋਲਦੇ ਹੋਏ ਮੈਂ ਸੱਚੀ ਦਿਲੋਂ ਇਮੋਸ਼ਨਲ ਹਾਂ, ਕਿਉਂਕਿ ਅੱਜ ਤੋਂ ਕਰੀਬ 10 ਸਾਲ ਪਹਿਲਾਂ ਆਪਾਂ ਇੱਥੇ ਹੀ ਪਹਿਲੀ ਫੋਟੋ ਖਿੱਚੀ ਸੀ। ਤੇ ਇਹ ਰਿਸ਼ਤਾ ਸਾਡਾ, ਅਸੀਂ ਐਜ਼ ਅ ਬ੍ਰਦਰ ਬਹੁਤ ਗਰੋ ਹੋਏ, ਅਸੀਂ ਕਰੀਅਰ ਬਹੁਤ ਗਰੋ ਹੋਏ। ਭਾਜੀ ਨੇ ਹਮੇਸ਼ਾ ਹਰ ਜਗ੍ਹਾ ਤੇ ਗਾਈਡ ਕੀਤਾ। और जैसा ये बोलते हैं वैसे ही आगे बढ़ूं। ही इज लाइक फैमिली, ही इज लाइक अ ब्रदर। ਵੈਸੇ ਤਾਂ ਤੁਸੀਂ ਮੈਨੂੰ ਪਹਿਲਾਂ ਥੋੜੀ ਜੀ ਗੱਲ ਦੱਸੀ ਹੈ ਕਿ ਜਿਹੜੀਆਂ ਇਹ ਚੀਜ਼ਾਂ ਕੰਮ ਕਿੱਦਾਂ ਕਰਦੀਆਂ, ਪਰ ਮੈਂ ਚਾਹਾਂਗੀ ਥੋੜਾ ਜਿਹਾ ਡਿਟੇਲ ਦੇ ਵਿੱਚ ਜ਼ਰੂਰ ਦੱਸੋ, ਕਿਉਂਕਿ ਸਾਡੇ ਵਾਸਤੇ ਇੱਕ ਬੜੀ ਨਵੀਂ ਚੀਜ਼ ਹੈ, ਬੜੀ ਅਲੱਗ ਜਿਹੀ ਚੀਜ਼ ਹੈ ਕਿ ਜਦੋਂ ਅਸੀਂ ਅਕਸਰ ਸੁਣਦੇ ਹਾਂ ਕਿ ਕਹਿੰਦੇ ਨੇ ਕਿ ਤੁਸੀਂ ਪਾਣੀ ਦੇ ਵਿੱਚ ਆਹ ਚੀਜ਼ ਸੁੱਟ ਦਿਓ ਜਾਂ ਫਿਰ ਤੁਸੀਂ ਕਿਸੇ ਨੂੰ ਆਹ ਚੀਜ਼ ਦਾਨ ਕਰ ਦਿਓ, ਤੁਹਾਡਾ ਕੰਮ ਹੋ ਜਾਏਗਾ। ਇੱਕ
ਕਿੰਨੀਆਂ ਕੁ ਜ਼ਿਆਦਾ ਸਾਡੇ ਵਾਸਤੇ ਜਾਂ ਸਾਡੀ ਬਾਡੀ ਦੇ ਵਾਸਤੇ ਜਾਂ ਸਾਡੇ ਦਿਮਾਗ ਦੇ ਉੱਤੇ ਕਿੰਨਾ ਕੁ ਹਾਵੀ ਹੁੰਦੀਆਂ ਨੇ, ਜਿਹੜਾ ਸਾਡਾ ਕੰਮ ਆਪਣੇ ਆਪ ਹੀ ਹੋ ਜਾਂਦਾ? ਦੇਖੋ, ਆਪਾਂ ਪੁਰਾਣੇ ਸਮੇਂ ਦੇ ਵਿੱਚ ਅਕਸਰ ਦੇਖਦੇ ਹਾਂ ਕਿ ਅਸੀਂ ਵਰਤ ਰੱਖਦੇ ਸੀਗੇ, ਅਸੀਂ ਕੁਝ ਚੀਜ਼ਾਂ ਦਾ ਤਿਆਗ ਕਰਦੇ ਸੀਗੇ। ਮੈਨੂੰ ਲੱਗਦਾ ਕਿ ਪਿਛਲੇ 10-15 ਸਾਲਾਂ ਤੋਂ ਤੁਸੀਂ ਸਾਰਾ ਕੁਝ ਜਿਹੜਾ ਐਕਸੈਸ ਦੇ ਵਿੱਚ ਯੂਜ਼ ਕਰ ਰਹੇ ਹੋ। ਤੁਸੀਂ ਚਾਹੇ ਸੁਵਿਧਾਵਾਂ ਕਹਿ ਲਓ, ਚਾਹੇ ਉਹ ਖਾਣ ਪੀਣ ਕਹਿ ਲਓ, ਚਾਹੇ ਕੋਈ ਵੀ ਚੀਜ਼ ਜਿਹੜੀ ਹੈ ਉਹ ਉਲਟਾ ਓਵਰ ਹੋ ਗਈ ਹੈ। ਤੇ ਜਦੋਂ ਅਸੀਂ ਟੇਵੇ ਦੇ ਅਕੋਰਡਿੰਗ ਤੁਹਾਨੂੰ ਸਾਇੰਟੀਫਿਕਲੀ ਦੱਸਦੇ ਹਾਂ ਕਿ ਕਿਹੜੀ ਚੀਜ਼ ਤੁਹਾਡੇ ਦੁਆਰਾ ਕਿਸੇ ਦੇ ਮੂੰਹ 'ਚ ਜਾਣੀ ਚਾਹੀਦੀ ਹੈ, ਚਾਹੇ ਉਹ ਪੰਛੀ ਨੇ, ਚਾਹੇ ਉਹ ਜਾਨਵਰ ਨੇ, ਚਾਹੇ ਉਹ ਅੰਧ ਵਿਦਿਆਲੇ ਹੈ, ਜੋ ਵੀ ਜਗ੍ਹਾ ਜਿੱਥੇ ਕੁਦਰਤ ਨੇ ਸਾਨੂੰ ਦਿੱਤਾ ਹੈ, ਇਸੇ ਲਈ ਦਿੱਤਾ ਕਿ ਅਸੀਂ ਉਹਨਾਂ ਨੂੰ ਦੂਜਿਆਂ ਨੂੰ ਵੀ ਵੰਡੀਏ, ਉਹਨਾਂ ਨੂੰ ਵੀ ਹੰਡਾਉਣ ਲਈ ਕੁਝ ਦਈਏ। ਤੇ ਇਹ ਸਾਰੀ ਕੈਲਕੂਲੇਸ਼ਨ ਇੱਕ ਬੰਦੇ ਦੇ ਟੇਵੇ ਦੇ ਵਿੱਚ ਆਲਰੇਡੀ ਜਿਹੜਾ ਸਮਝ ਸਕਦਾ ਹੈ ਐਸਟ੍ਰੋਲੋਜਰ, ਉਹ ਰੀਡ ਕਰ ਸਕਦਾ ਹੈ ਕਿਹੜੀ ਚੀਜ਼ ਦੀ ਡੈਫੀਸ਼ੀਐਂਸੀ ਹੈ, ਮੈਂ ਉਹਨੂੰ ਪੂਰਾ ਕਰਨਾ। ਚਾਹੇ ਉਹ ਸਟੋਨਸ ਨੇ, ਚਾਹੇ ਉਹ ਕਿਸੇ ਚੀਜ਼ ਦਾ ਪਾਰਟ ਹੈ, ਚਾਹੇ ਰੰਗਾਂ ਦੇ ਨਾਲ, ਤੇ ਜਿਹੜੀ ਚੀਜ਼ ਜ਼ਿਆਦਾ ਹੈ ਉਹਨੂੰ ਆਪਣੇ ਤੋਂ ਕਿਹਨੂੰ ਦੇਣਾ। ਜੇ ਤੁਸੀਂ ਗੱਲ ਕੀਤੀ ਕਿ ਦਾਨ ਦੇਣ ਦੀ, ਇਹੀ ਕੈਲਕੂਲੇਸ਼ਨ ਹੈ, ਅਸੀਂ ਕਿਹਨੂੰ, ਕਿੰਨਾ ਤੇ ਕਿੱਥੇ ਦੇਣਾ, ਤੇ ਉਹਦੀ ਜਿਹੜੀ ਕੈਲਕੂਲੇਸ਼ਨ ਹੈਗੀ ਹੈ, ਉਹਦਾ ਹੀ ਮਤਲਬ ਨਾਮ ਐਸਟ੍ਰੋਲੋਜੀ ਹੈ। ਰਵੀਸ਼ ਜੀ, ਜਦੋਂ ਅਸੀਂ ਆਮ ਲੋਕਾਂ ਦੀ ਗੱਲ ਕਰਦੇ ਆ ਨਾ, ਇੱਕ ਆਮ ਇਨਸਾਨ ਤੋਂ ਲੈ ਕੇ, ਇੱਕ ਮੈਂ ਕਹਾਂ ਨਾ ਕਿ ਰੇਹੜੀ ਵਾਲੇ ਤੋਂ ਲੈ ਕੇ, ਉਹਦਾ ਵੀ ਹੱਲ ਕੱਢਿਆ ਤੁਸੀਂ, ਤੇ ਇੱਕ ਬਾਲੀਵੁੱਡ ਸਟਾਰ ਦਾ ਵੀ ਹੱਲ ਕੱਢਿਆ, ਹਨਾ, ਨਿੱਕੀਆਂ ਨਿੱਕੀਆਂ ਗੱਲਾਂ ਦੇ ਨਾਲ ਹੀ। ਸੋ ਇੱਕ ਛੋਟੀ ਚੀਜ਼ ਤੋਂ ਲੈ ਕੇ ਇੱਕ ਬਹੁਤ ਹਾਈਟ ਤੱਕ ਜੇ ਮੈਂ ਗੱਲ ਕਰਾਂ, ਹਰੇਕ ਇਨਸਾਨ ਦੀ ਪ੍ਰੋਬਲਮ ਦਾ ਹੱਲ ਤੁਸੀਂ ਕੀਤਾ। ਔਰ ਇਹ ਸਾਰਾ ਕੁਝ ਜਿਹੜਾ ਹੱਲ ਨਿਕਲਦਾ ਹੈ, ਇਹਦੇ ਸੀਕ੍ਰੇਟ ਕੀ ਹੈ? ਮਤਲਬ ਕਿੱਦਾਂ ਇਸ ਚੀਜ਼ ਨੂੰ ਤੁਸੀਂ ਇੰਪਲੀਮੈਂਟ ਕਰਦੇ ਹੋ, ਤੇ ਕਿੱਦਾਂ ਇਹਦਾ ਰਿਜ਼ਲਟ ਜਿਹੜਾ ਵਾ ਉਹ ਸਹੀ ਤਰੀਕੇ ਦੇ ਨਾਲ ਸਾਹਮਣੇ ਆਉਂਦਾ ਹੈ? ਦੇਖੋ ਜੀ, ਇਸ ਰਿਜ਼ਲਟ ਦਾ ਜਿਹੜਾ ਕਾਰਨ ਹੈ, ਇਹਦਾ ਸ਼੍ਰੇ ਜਿਹੜਾ ਮੈਂ ਪਰਮਾਤਮਾ ਨੂੰ ਦਿੰਦਾ, ਆਪਣੇ ਮਾਪਿਆਂ ਨੂੰ ਦਿੰਦਾ, ਔਰ ਉਹਦੇ ਨਾਲ ਨਾਲ ਜਿਹੜਾ ਸਾਨੂੰ ਜਿੰਨੇ ਵੀ ਹਿੰਦੀ ਦੇ ਨਿਊਜ਼ਪੇਪਰ ਨੇ, ਦੈਨਿਕ ਜਾਗਰਣ, ਦੈਨਿਕ ਸਵੇਰਾ, ਪੰਜਾਬ ਕੇਸਰੀ, ਦੈਨਿਕ ਭਾਸਕਰ, ਜਿੰਨੇ ਵੀ ਨੈਸ਼ਨਲ ਨਿਊਜ਼ਪੇਪਰਸ ਨੇ, ਉਹਦੇ ਵਿੱਚ ਸਾਡੇ ਆਰਟੀਕਲਸ ਘੱਟੋ ਘੱਟ 20 ਸਾਲ ਤੋਂ ਜਿਹੜੇ ਪ੍ਰਿੰਟ ਹੁੰਦੇ ਨੇ। ਦੈਨਿਕ ਜਾਗਰਣ ਦੇ ਵਿੱਚ ਇੱਕ ਸਾਡਾ ਆਰਟੀਕਲ ਜਿਹੜਾ ਹੈ 2003 ਦੇ ਕਰੀਬ ਸ਼ੁਰੂ ਹੋਇਆ ਸੀ, ਔਰ ਨਾਰਥ ਇੰਡੀਆ 'ਚ ਅਸੀਂ ਪਹਿਲੀ ਵਾਰੀ ਉਹ ਇੱਕ ਆਰਟੀਕਲ ਦੀ ਸੀਰੀਜ਼ ਸ਼ੁਰੂ ਕੀਤੀ ਸੀ, ਜਿਗਿਆਸਾ। ਜਿਹੜੇ ਸਾਡੇ ਰਿਜ਼ਲਟ ਨੇ, ਜਿਹੜੇ ਕ੍ਰੋਨਿਕ ਬਿਮਾਰੀਆਂ ਹੋਣ, ਚਾਹੇ ਹੋਰ ਲੋਕਾਂ ਦੀਆਂ ਸਮੱਸਿਆ ਹੋਣ, ਉਹਨਾਂ ਦੇ ਜਿਹੜੇ ਹੱਲ ਹੁੰਦੇ ਨੇ, ਉਹ ਬੁਕਿਸ਼ ਨੌਲੇਜ ਤੋਂ ਹਟ ਕੇ ਜਿਹੜਾ ਉਹ ਆਰਟੀਕਲ ਸੀ ਨੀਤੂ ਜੀ, ਉਹਦੇ ਵਿੱਚ ਲੋਕੀ ਆਪਣੇ ਹੱਥਾਂ ਨਾਲ, ਮਿਹਨਤ ਦੇ ਨਾਲ ਚਿੱਠੀਆਂ, ਘਰ ਦੇ ਨਕਸ਼ੇ, ਕੁੰਡਲੀਆਂ ਉਹ ਬਣਾ ਕੇ ਭੇਜਦੇ ਸੀ। ਤੇ ਜਿਹੜਾ ਸਾਨੂੰ ਵੀ ਉਸ ਆਰਟੀਕਲ ਤੋਂ, ਉਸ ਲੈਟਰਸ ਤੋਂ ਸਿੱਖਣ ਨੂੰ ਮਿਲਿਆ ਕਿ ਕਿਸੇ ਨੇ ਲਿਖਿਆ ਕਿ ਆਹ ਕੀਤਾ ਤੇ ਆਹ ਹੋ ਗਿਆ, ਆਹ ਕੀਤਾ ਤੇ ਆਹ ਹੋ ਗਿਆ, ਉਹ ਸਾਨੂੰ ਜਿਹੜਾ ਕਿਤਾਬੀ ਨੌਲੇਜ ਨਹੀਂ ਮਿਲ ਸਕਦਾ, ਉਸ ਜਿਗਿਆਸਾ ਕਾਲਮ ਤੋਂ ਜੋ ਚੀਜ਼ ਸਾਨੂੰ ਵੀ ਸਿੱਖਣ ਨੂੰ ਮਿਲੀ, ਲੋਕਾਂ ਨੂੰ ਰਿਜ਼ਲਟ ਦਿੰਦੇ ਦਿੰਦੇ, ਗਾਈਡ ਕਰਦੇ ਕਰਦੇ, ਅੱਜ ਉਹੀ ਸਾਡੀ ਇੱਕ ਪ੍ਰੋਫੈਸ਼ਨਲ ਗਾਈਡੈਂਸ ਔਰ ਪ੍ਰੋਫੈਸ਼ਨਲ ਪਰਫੈਕਸ਼ਨ ਦਾ ਕਾਰਨ ਬਣਿਆ ਜੀ। ਮੈਂ ਸੁਣਿਆ ਬਹੁਤ ਸਾਰੀਆਂ ਚਿੱਠੀਆਂ ਵੀ ਆਉਂਦੀਆਂ ਸੀ। ਬਹੁਤ ਸਾਰੀਆਂ ਜੀ, ਮੈਨੂੰ ਲੱਗਦਾ ਹਜ਼ਾਰਾਂ ਦੇ ਵਿੱਚ ਚਿੱਠੀਆਂ ਸਾਡੇ ਕੋਲ ਹਾਲੇ ਵੀ ਹੈਗੀਆਂ, ਮੈਂ ਤੁਹਾਡੇ ਦਰਸ਼ਕਾਂ ਨੂੰ ਜ਼ਰੂਰ ਦਿਖਾਵਾਂਗਾ, ਜਿਹਦੇ ਵਿੱਚ ਉਹ ਆਪਣੇ ਹੱਥਾਂ ਨਾਲ ਲਿਖ ਕੇ ਨਕਸ਼ੇ ਭੇਜਦੇ ਸੀ। ਜਿਹੜੀ ਮਿਹਨਤ ਔਰ ਵਿਸ਼ਵਾਸ ਨਾਲ ਉਹ ਭੇਜਦੇ ਸੀ, ਉਹ ਅਸੀਂ ਵੀ ਉਹਨਾਂ ਨੂੰ ਉਹਦਾ ਆਨਸਰ ਜਾਂ ਉਹਦਾ ਰਿਪਲਾਈ ਦਿੰਦੇ ਸੀਗੇ। ਔਰ ਨਾਰਥ ਇੰਡੀਆ 'ਚ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਇਹ ਕਾਲਮ ਹੀ ਔਰ ਤਰੀਕਾ ਹੀ ਪਹਿਲਾ ਸੀ, ਕਿਉਂਕਿ ਸਵਾਲ ਜਵਾਬ ਜਦ ਤੱਕ ਨਹੀਂ ਹੋਣਗੇ, ਹੱਲ ਨਹੀਂ ਨਿਕਲਣਗੇ। ਔਰ ਜੇ ਮੈਂ ਇੱਕ ਟੌਪਿਕ ਤੇ ਗੱਲ ਕਰੂੰਗਾ, ਹੋ ਸਕਦਾ ਕਿ ਉਹਦੀ ਲੋੜ ਤੁਹਾਨੂੰ ਨਾ ਹੋਵੇ, ਤੇ ਜਦੋਂ ਤੁਸੀਂ ਪਾਰਟਿਕੂਲਰ ਆਪਣੇ ਘਰ ਦਾ ਨਕਸ਼ਾ ਬਣਾ ਕੇ ਭੇਜੋਗੇ ਤੇ ਅਸੀਂ ਉਹਦੇ ਬਾਰੇ ਦੱਸਾਂਗੇ, ਤੇ ਤੁਹਾਡਾ ਤੇ ਮੇਰਾ ਨੌਲੇਜ ਵਧੇਗਾ। ਤੇ ਇਹੀ ਸਭ ਤੋਂ ਵੱਡਾ ਕਾਰਨ ਸੀ ਸਾਡੇ ਰਿਜ਼ਲਟਸ ਦਾ ਜੀ। ਰਵੀਸ਼ ਜੀ, ਅਕਸਰ ਨਾ ਅਸੀਂ ਕਈ ਵਾਰੀ ਏਦਾਂ ਹੁੰਦਾ ਹੈ ਕਿ ਕਿਤੇ ਜਾਂਦੇ ਆ, ਮੈਂ ਆਪ ਵੀ ਖੁਦ ਕਈ ਵਾਰੀ ਦੇਖਿਆ ਕਿ ਆਫਿਸ ਜਾਂਦੇ ਆ, ਰਸਤੇ ਦੇ ਵਿੱਚ ਨਾ ਕੋਈ ਬੋਰਡ ਲੱਗਾ ਹੁੰਦਾ ਛੋਟਾ ਜਿਹਾ, ਜੋਤਿਸ਼ ਤੁਹਾਡੀ ਹਰ ਸਮੱਸਿਆ ਦਾ ਸਮਾਧਾਨ ਮਿੰਟਾਂ ਸਕਿੰਟਾਂ ਵਿੱਚ ਹੁੰਦਾ ਹੈ, ਜਾਂ 2 ਦਿਨਾਂ ਦੇ ਵਿੱਚ ਹੁੰਦਾ ਹੈ, ਹਨਾ, ਜਲਦੀ ਆਓ, ਪਹਿਲੇ ਆਓ ਤੇ ਪਹਿਲੇ ਪਾਓ, ਅਕਸਰ ਸੁਣਿਆ ਜਾਂਦਾ। ਪਹਿਲਾਂ ਛੋਟਾ ਬੋਰਡ ਲੱਗਾ ਹੁੰਦਾ, ਫਿਰ ਥੋੜਾ ਜਿਹਾ ਵੱਡਾ ਹੁੰਦਾ, ਥੋੜੇ ਦਿਨਾਂ ਬਾਅਦ ਉਸ ਤੋਂ ਬਾਅਦ ਵੱਡਾ ਹੋ ਜਾਂਦਾ, ਲੋਕ ਜਾਂਦੇ ਵੀ ਨੇ, ਔਰ ਲੋਕ ਆਪਣੇ ਬਹੁਤ ਹਜ਼ਾਰਾਂ ਰੁਪਏ, ਮੈਂ ਕਹਾਂਗੀ ਲੱਖਾਂ ਰੁਪਏ ਦਿੰਦੇ ਨੇ, ਫਿਰ ਨਿਰਾਸ਼ ਹੋ ਕੇ ਮਹੀਨੇ 1.5 ਮਹੀਨੇ ਬਾਅਦ ਕਹਿਣਗੇ ਕਿ ਸਾਡਾ ਤਾਂ ਕੰਮ ਹੀ ਨਹੀਂ ਹੋਇਆ। ਕਿਵੇਂ ਪਤਾ ਲੱਗੇ ਕਿ ਇਹ ਜੋਤਿਸ਼ ਜਿਹੜਾ ਹੈ ਇਹ ਬਿਲਕੁਲ ਐਕੂਰੇਟ ਹੈ, ਬਿਲਕੁਲ ਸਹੀ ਹੈ, ਤੇ ਸਾਡਾ ਕੰਮ ਜਿਹੜਾ ਨਾ ਇਹਦੇ ਕੋਲ ਹੀ ਹੋਣਾ? ਕਿੱਦਾਂ ਪਤਾ ਲੱਗੇ ਇਸ ਚੀਜ਼ ਦਾ?
ਦੇਖੋ ਨੀਤੂ ਜੀ, ਮੈਂ ਤੇ ਤੁਹਾਨੂੰ ਇੱਕ ਗੱਲ ਕਵਾਂਗਾ ਕਿ ਜਿਹੜੇ ਲੋਕ ਗਰੰਟੀਆਂ ਦਿੰਦੇ ਨੇ, ਜਿਹੜੇ ਤੇ ਸ਼ੋਰਿਟੀਆਂ ਦਿੰਦੇ ਨੇ, ਮੈਂ ਤੇ ਕਹੂੰਗਾ ਕਿ ਜਿਹੜਾ ਰਾਈਟ ਕੰਮ ਕਰਨ ਵਾਲਾ ਕਦੀ ਉਹ ਇਦਾਂ ਦੀ ਸ਼ਬਦਾਵਲੀ ਵਰਤਦਾ ਹੀ ਨਹੀਂ, ਕਿਉਂਕਿ ਉਹਦਾ ਕੰਮ ਬੋਲਦਾ, ਜੋ ਮੇਰਾ ਵਿਸ਼ਵਾਸ ਹੈ। ਦੂਸਰੀ ਗੱਲ ਮੈਂ ਇੱਕ ਚੀਜ਼ ਤੁਹਾਨੂੰ ਪੁੱਛਣਾ ਚਾਹੂੰਗਾ ਕਿ ਜਦੋਂ ਤੁਸੀਂ ਗੱਡੀ ਲੈਣ ਜਾਂਦੇ ਹੋ, ਕੋਈ ਇਸ ਤਰ੍ਹਾਂ ਦਾ ਵਹੀਕਲ ਲੈਣ ਜਾਂਦੇ ਹੋ, ਕਿ ਤੁਸੀਂ ਕਿਸੇ ਇੱਕ ਇਸ਼ਤਿਹਾਰ ਦੇ ਉੱਤੇ ਜਾਂ ਕਿਸੇ ਜਿਹੜਾ ਦਿਖਾਵਾ ਹੈ ਉਹਦੇ ਉੱਤੇ ਆ ਕੇ ਲੱਖਾਂ ਰੁਪਏ ਦੀ ਗੱਡੀ ਲੈ ਲੈਂਦੇ ਹੋ? ਨਹੀਂ, ਮੈਂ ਤਾਂ 6 ਮਹੀਨੇ ਲਗਾਵਾਂਗੀ। ਹਾਂ, 6 ਮਹੀਨੇ ਲਾਓਗੇ ਤੇ ਮੈਂ ਇਹਦਾ ਜਿਹੜਾ ਆਨਸਰ ਹੈ ਤੁਹਾਡੀ ਗੱਲ ਦੇ ਵਿੱਚ ਹੀ ਆ ਜਾਂਦਾ ਕਿ ਅਸੀਂ ਗੱਡੀ ਲੈਣ ਵੇਲੇ ਜਾਂ ਆਪਣੇ ਹੋਰ ਘਰ ਦੀਆਂ ਚੀਜ਼ਾਂ ਲੈਣ ਵੇਲੇ ਜਾਂ ਪਲਾਟ ਲੈਣ ਵੇਲੇ ਕਿੰਨੀ ਦੇਰ ਸੋਚਦੇ ਹਾਂ ਮੇਰਾ ਆਂਢ ਗੁਆਂਢ ਕਿੱਦਾਂ ਦਾ ਹੋਊਗਾ, ਗੱਡੀ 'ਚ ਫੀਚਰ ਕੀ ਹੋਣਗੇ, ਜਾਂ ਗੱਡੀ ਲੋਕਾਂ ਨੇ ਜਿਨ੍ਹਾਂ ਨੇ ਵਰਤੀ ਹੈ, ਇੱਕ ਦੇਸੀ ਤਰੀਕਾ ਕਿ ਪਹਿਲੇ ਲੋਕਾਂ ਨੇ ਵਰਤ ਲਈ, ਉਹਦਾ ਪੁੱਛਣਾ, ਮਤਲਬ ਉਹਦੇ ਨਾਲ ਫਿਰ ਆਪਾਂ ਕਰਦੇ ਹਾਂ। ਤੇ ਅਸੀਂ ਜੋਤਸ਼ੀ, ਡਾਕਟਰ ਜਾਂ ਵਕੀਲ ਜਿਨ੍ਹਾਂ ਨੇ ਤੁਹਾਡੀ ਲਾਈਫ ਨੂੰ ਕਈ ਤਰ੍ਹਾਂ ਠੀਕ ਕਰਨਾ ਹੈ, ਮਾਰਗਦਰਸ਼ਨ ਦੇਣਾ, ਉਹ ਅਸੀਂ ਚੁਣਨ ਵੇਲੇ ਅੱਖਾਂ ਮੀਟ ਕੇ ਇੱਕ ਇਸ਼ਤਿਹਾਰਾਂ ਤੇ ਵਿਸ਼ਵਾਸ ਕਰ ਲੈਂਦੇ ਹਾਂ। ਜਿਹੜੀ ਤੁਸੀਂ ਗੱਲ ਬੋਰਡ ਦੀ ਕਹੀ, ਤੇ ਮੈਂ ਦੱਸਣਾ ਚਾਹੂੰਗਾ ਕਿ ਸਾਡੇ ਦਫ਼ਤਰ ਦੇ ਵਿੱਚ ਅੱਜ ਤੱਕ ਹਾਲੇ ਬੋਰਡ ਤੱਕ ਵੀ ਨਹੀਂ ਲੱਗਾ, ਕਿਉਂਕਿ ਸਾਨੂੰ ਕਦੀ ਜ਼ਰੂਰਤ ਨਹੀਂ ਮਹਿਸੂਸ ਹੋਈ। ਕਿਉਂਕਿ ਜਦੋਂ ਤੁਸੀਂ ਰੀਅਲ ਰਿਜ਼ਲਟ ਦਿੰਦੇ ਹੋ ਤੇ ਇਹ ਲੋਕਾਂ ਨੂੰ ਵੇਖਣਾ ਪਏਗਾ ਕਿ ਜਦੋਂ ਤੁਸੀਂ ਆਪਣੇ ਐਸਟ੍ਰੋਲੋਜਰ ਦੀ ਭਾਲ ਦੇ ਵਿੱਚ ਜਾਂ ਆਪਣੇ ਵਕੀਲ ਦੀ ਜਾਂ ਡਾਕਟਰ ਦੀ ਭਾਲ ਦੇ ਵਿੱਚ ਜਾਂਦੇ ਹੋ, ਅੱਜ ਓਪਨ ਵਰਲਡ ਹੈ, ਤੁਸੀਂ ਕਿਸੇ ਦੀ ਵੀ ਆਥੈਂਟਿਕ ਜਿਹੜਾ ਉਹਦਾ ਵਰਕ ਹੈ, ਉਹਦੇ ਰਿਜ਼ਲਟ ਨੇ ਜਾਂ ਉਹਦੀ ਜਿਹੜੀ ਪਾਸਟ ਹਿਸਟਰੀ ਹੈ, ਉਹਨੂੰ ਦੇਖ ਕੇ ਆਪਣੀ ਗਿਆਨ ਇੰਦਰੀਆਂ ਨੂੰ ਵਰਤ ਕੇ ਉਹਦੇ ਰਿਜ਼ਲਟ ਸਾਰਾ ਕੁਝ ਸਰਚ ਕਰਕੇ ਫਿਰ ਉਹਦੇ ਤੇ ਵਿਸ਼ਵਾਸ ਕਰਕੇ ਫਿਰ ਆਪਣੀ ਜ਼ਿੰਦਗੀ ਦੇ ਜਿਹੜੇ ਹੈਗੇ ਆ ਆਪਣਾ ਸਵਾਲ ਜਵਾਬ, ਇੰਨੀਆਂ ਮੁਸ਼ਕਿਲਾਂ ਉਹਨਾਂ ਨਾਲ ਡਿਸਕਸ਼ਨ ਕਰੋ, ਕਿਉਂਕਿ ਗੱਡੀਆਂ ਤੇ ਫਿਰ ਮਟੀਰੀਅਲਿਸਟਿਕ ਨੇ। ਤੇ ਜਿਹੜੀ ਇਹ ਲਾਈਨ ਹੈ ਜਿਹਦੇ ਵਿੱਚ ਤੁਸੀਂ ਆਪਣੇ ਬੱਚੇ ਬਾਰੇ, ਆਪਣੇ ਕੈਰੀਅਰ ਬਾਰੇ ਗੱਲ ਕਰਨੀ ਹੈ, ਇਹ ਮੁੜ ਨਹੀਂ ਆ ਸਕਦੀ। ਤੇ ਆਪਣੀ ਗਿਆਨ ਇੰਦਰੀਆਂ, ਆਪਣੀ ਸੋਚ, ਉਸ ਬੰਦੇ ਦਾ ਐਕਸਪੀਰੀਅੰਸ ਜਦੋਂ ਤੱਕ ਤੁਸੀਂ ਨਹੀਂ ਦੇਖਦੇ, ਕਿਸੇ ਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ। ਅਕਸਰ ਨਾ ਜੋਤਸ਼ੀ ਦੀ ਅਸੀਂ ਗੱਲ ਕਰਦੇ ਆ ਨਾ, ਕਈ ਡਾਕਟਰ ਵੀ ਹੈਗੇ ਨੇ, ਵੈਸੇ ਜ਼ਿਆਦਾਤਰ ਡਾਕਟਰ ਬਹੁਤ ਸਹੀ ਨੇ, ਜੋਤਸ਼ੀ ਵੀ ਕਾਫੀ ਹੱਦ ਤੱਕ ਕੁਝ ਸਹੀ ਕਹਿ ਸਕਦੇ ਆ ਅਸੀਂ, ਤੁਹਾਡੇ ਵਰਗਿਆਂ ਦੀ ਉਦਾਹਰਣ ਹੈਗੀ ਹੈ। ਕਈਆਂ ਨੂੰ ਬੜਾ ਪੈਸਾ ਇਕੱਠਾ ਕਰਨ ਦਾ ਹੁੰਦਾ ਵੀ ਪੈਸਾ ਸਾਡੇ ਕੋਲ ਆ ਜਾਵੇ, ਹੋਰ ਕੁਝ ਹੋਵੇ ਨਾ ਹੋਵੇ। ਪਰ ਮੈਂ ਇੱਥੇ ਆਪਣੇ ਦਰਸ਼ਕਾਂ ਨਾਲ ਵੀ ਇੱਕ ਸਾਂਝ ਪਾਣੀ ਚਾਹਾਂਗੀ ਕਿ ਇਹ ਸਿਰਫ ਤੇ ਸਿਰਫ ਜੋਤਸ਼ੀ ਹੀ ਨਹੀਂ ਵੇਖਦੇ, ਜਾਂ ਕਹਿ ਲਓ ਤੁਹਾਡਾ ਭਵਿੱਖ ਹੀ ਨਹੀਂ ਵੇਖਦੇ, ਜਾਂ ਤੁਹਾਡਾ ਵਰਤਮਾਨ ਹੀ ਨਹੀਂ ਦੇਖਦੇ, ਤੁਹਾਡਾ ਭੂਤ ਹੀ ਨਹੀਂ ਵੇਖਦੇ। ਇਹਦੇ ਨਾਲ ਨਾਲ ਜੇ ਮੈਂ ਗੱਲ ਕਰਾਂ ਇਹਨਾਂ ਦੀ ਪਰਸਨੈਲਿਟੀ ਦੀ, ਤਾਂ ਇੱਕ ਦਿਵਯ ਦ੍ਰਿਸ਼ਟੀ ਦੇ ਨਾਮ ਦੇ ਉੱਤੇ ਤੁਸੀਂ ਜਿਹੜੀ ਸੰਸਥਾ ਚਲਾਉਂਦੇ ਹੋ, ਸੇਵਾਵਾਂ ਵੀ ਦਿੰਦੇ ਹੋ। ਦੇਖਦੇ ਆ ਲੋਹੜੀ ਦੇ ਉੱਤੇ ਅਕਸਰ ਜਾਂ ਨਵੇਂ ਸਾਲ ਦੇ ਉੱਤੇ ਕੰਬਲ ਵੰਡਦੇ ਆ, ਕਾਫੀ ਸਾਰੀਆਂ ਫੋਟੋਆਂ ਨੇ ਸੋਸ਼ਲ ਮੀਡੀਆ ਦੇ ਉੱਤੇ ਤੁਹਾਡੀਆਂ, ਕਿਉਂਕਿ ਮੇਰੇ ਨਾਲ ਤੁਸੀਂ ਸੋਸ਼ਲ ਮੀਡੀਆ ਦੇ ਰਾਹੀਂ ਵੀ ਜੁੜੇ ਹੋਏ ਹੋ, ਫੇਸਬੁੱਕ ਦੇ ਰਾਹੀਂ ਜੁੜੇ ਹੋ। ਔਰ ਗੱਲ ਕਰਦੇ ਆ ਕਿ ਜਿਹੜੇ ਇਹ ਕਾਰਜ ਨੇ ਸੋਸ਼ਲ ਸਮਾਜਿਕ ਜਿਹਨਾਂ ਨੂੰ ਅਸੀਂ ਕਾਰਜ ਕਹਿੰਦੇ ਆ, ਇਹ ਸਾਡੇ ਉੱਤੇ ਕਿੰਨਾ ਕੁ ਪ੍ਰਭਾਵ ਪਾਉਂਦੇ ਨੇ? ਕਿਉਂਕਿ ਤੁਸੀਂ ਖੁਦ ਮੈਨੂੰ ਲੱਗਦਾ ਉਹਨੇ ਪੈਸੇ ਕਮਾਉਂਦੇ ਨਹੀਂ ਹੋਣੇ ਜਿੰਨੇ ਤੁਸੀਂ ਇਹਨਾਂ ਚੀਜ਼ਾਂ ਦੇ ਉੱਤੇ ਸੇਵਾ ਕਰ ਦਿੰਦੇ ਹੋ ਲੋਕਾਂ ਦੀ। ਦੇਖੋ ਜੀ, ਜਿਹੜਾ ਸਾਡਾ ਪ੍ਰੋਫੈਸ਼ਨਲ ਵਰਕ ਹੈ ਔਰ ਜਿਹੜਾ ਸੋਸ਼ਲ ਵਰਕ ਹੈ, ਦੇਖਿਆ ਜਾਵੇ ਤੇ ਇਹ ਬਹੁਤ ਹੀ ਸਿਮਿਲਰ ਹੈ। ਸਿਮਿਲਰ ਇਸ ਲਈ ਹੈ ਕਿ ਜਦੋਂ ਦੇ ਇਸ ਪ੍ਰੋਫੈਸ਼ਨ 'ਚ ਆਏ ਸੀਗੇ, ਟੀਨ ਏਜ ਸੀਗੀ, ਬੜੀ ਛੋਟੀ ਏਜ, ਤੇ ਇੱਕੋ ਜਨੂਨ ਹੈ ਕਿ ਕਿਸੇ ਨੂੰ ਕਿੱਦਾਂ ਦਿੱਤਾ ਜਾਵੇ। ਜੇ ਤੁਸੀਂ ਧਿਆਨ ਨਾਲ ਨੀਤੂ ਜੀ ਗੱਲ ਨੂੰ ਸਮਝੋ, ਤੇ ਮੇਰਾ ਜਿਹੜਾ ਜੋਤਿਸ਼ ਵਾਸਤੂ ਦਾ ਆਪਣੀ ਨੌਲੇਜ ਹੈ, ਪ੍ਰੋਫੈਸ਼ਨ ਹੈ, ਉਹ ਵੀ ਦੇਣ ਦੀ ਹੈ ਕਿ ਅਗਰ ਕਿਸੇ ਦੇ ਬੱਚੇ ਦੀ ਪ੍ਰੋਬਲਮ ਹੈ, ਕਿਸੇ ਦੇ ਵਿਵਾਹਿਕ ਜੀਵਨ ਦੀ ਪ੍ਰੋਬਲਮ ਹੈ, ਕਿਸੇ ਦੇ ਕੰਮ ਕਾਜ ਜਾਂ ਹੋਰ ਚੀਜ਼ਾਂ ਦੀ ਸਮੱਸਿਆ ਹੈ, ਤੇ ਸਾਡੀ ਜਿਹੜੀ ਜੋਤਿਸ਼ ਵਾਸਤੂ ਦਾ ਪਰਾਮਰਸ਼ ਹੈਗਾ, ਸਲਾਹ ਹੈਗੀ ਹੈ, ਉਹਦੇ ਨਾਲ ਉਹਦੀ ਜ਼ਿੰਦਗੀ ਬਦਲੇ। ਔਰ ਜੇ ਸੋਸ਼ਲ ਵਰਕ ਦੀ ਗੱਲ ਕਰੀਏ, ਉਹ ਮੇਰੇ ਮਾਤਾ ਜੀ ਸ਼੍ਰੀਮਤੀ ਪ੍ਰਵੀਨ ਅਬਰੋਲ ਜੀ, ਮੇਰੇ ਨਾਨੀ ਜੀ, ਸਾਡੇ ਜਿਹੜੇ ਸੰਸਕਾਰ ਨੇ ਇਹ ਪਿੱਛੋਂ ਪਾਕਿਸਤਾਨ ਵੇਲੇ ਤੋਂ ਹੀ ਮਤਲਬ ਇਹ ਚੀਜ਼ਾਂ ਚੱਲਦੀਆਂ ਆ ਰਹੀਆਂ ਨੇ ਕਿ ਉਹਨਾਂ ਨੇ ਪਹਿਲੇ ਨਾਨੀ ਜੀ ਸਾਡੇ ਲੋਕਾਂ ਦੀ ਹੈਲਪ ਕਰਦੇ ਸੀ। ਮੇਰੇ ਮਦਰ ਜਿੰਨੀਆਂ ਵੀ ਗਵਰਨਮੈਂਟ ਆਰਗੇਨਾਈਜੇਸ਼ਨਸ ਨੇ ਉਹਦੇ ਵਿੱਚ ਮੈਂਬਰ ਨੇ, NGO ਦਿਵਯ ਦ੍ਰਿਸ਼ਟੀ ਦੇ ਜਿਹੜੇ ਫਾਊਂਡਰ ਪ੍ਰੈਜ਼ੀਡੈਂਟ ਨੇ ਮੇਰੇ ਮਦਰ ਨੇ, ਤੇ ਸਾਡੇ ਵੀ ਉਹ ਰੱਬ ਰੂਪ ਨੇ, ਉਹਨਾਂ ਤੋਂ ਹੀ ਅਸੀਂ ਸਾਰਾ ਕੁਝ ਸਿੱਖਿਆ ਸਮਝਿਆ। ਤੇ ਉਹੀ ਨਕਸ਼ੇ ਕਦਮ ਤੇ ਕਿ ਸਾਨੂੰ ਜਿੱਦਾਂ ਆਪਾਂ ਦਸਵੰਤ ਕੱਢਣ ਦੀ ਗੱਲ ਕਰਦੇ ਹਾਂ ਕਿ ਜੋਤਿਸ਼ ਵਾਸਤੂ ਬਹੁਤ ਸੋਹਣਾ ਹੈ, ਬੜਾ ਨੈਚੁਰਲ ਹੈ, ਬੜਾ ਤੁਹਾਨੂੰ ਮਾਰਗਦਰਸ਼ਨ ਕਰਨ ਵਾਲਾ ਹੈ। ਔਰ ਅਸੀਂ ਇਹ ਵੀ ਦੱਸਦੇ ਹਾਂ ਕਿ ਤੁਸੀਂ ਪੰਛੀਆਂ ਨੂੰ ਔਰ ਆਪਣਾ ਜਿਹੜੇ ਹੈਗੇ ਆ ਐਨੀਮਲਸ ਨੇ ਜਾਂ ਹੋਰ ਜਿਹੜੇ ਲੋਕ ਨੇ ਬੇਸਹਾਰਾ, ਜੇ ਪਰਮਾਤਮਾ ਨੇ ਸਾਨੂੰ ਇੰਨਾ ਬਖਸ਼ਿਆ, ਉਸ ਵਾਹਿਗੁਰੂ ਨੇ, ਉਸ ਪਰਮਾਤਮਾ ਨੇ, ਉਸ ਮਾਤਾ ਰਾਣੀ ਨੇ, ਤੇ ਅਸੀਂ ਵੀ ਲੋਕਾਂ ਨੂੰ ਦਈਏ। ਕਿਉਂਕਿ ਮੈਂ ਇੱਕ ਚੀਜ਼ ਨੀਤੂ ਜੀ ਦੇਖੀ ਹੈ ਕਿ ਦੇ ਕੇ ਹਮੇਸ਼ਾ ਵਾਧਾ ਹੀ ਪੈਂਦਾ, ਕਦੀ ਵੀ ਘਾਟਾ ਨਹੀਂ ਪਿਆ। ਤੇ ਜਿਹੜੀਆਂ ਚੀਜ਼ਾਂ ਤੁਸੀਂ ਦਿੰਦੇ ਹੋ, ਜਿਹੜੇ ਲੋਕਾਂ ਨੂੰ ਤੁਸੀਂ ਉਪਾਅ ਦੱਸਦੇ ਹੋ,
ਕਿ ਉਹ ਇਹਨਾਂ ਦੇ ਨਾਲ ਹੀ ਸੰਬੰਧਿਤ ਹੁੰਦੀਆਂ ਨੇ? ਦੇਖੋ, ਇੱਕ ਤੇ ਹੋ ਗਿਆ ਕਿ ਕੋਸ਼ਿਸ਼ ਇਹ ਕੀਤੀ ਜਾਂਦੀ ਹੈ ਕਿ ਲੋਕਾਂ 'ਚ ਆਦਤ ਹੀ ਪਵੇ ਦੇਣ ਦੀ, ਦਸਵੰਧ ਕੱਢਣ ਦੀ ਆਦਤ ਹੀ ਪਵੇ, ਕਿਉਂਕਿ ਦੇਖੋ ਪਿੱਛੇ ਕਰੋਨਾ ਮਹਾਮਾਰੀ ਰਹੀ, ਪੰਜਾਬ ਦੇ ਵਿੱਚ ਫਲੱਡਸ ਆਏ ਤੇ ਸਾਡੀ NGO ਦਿਵਯ ਦ੍ਰਿਸ਼ਟੀ ਨੇ ਚਾਹੇ ਐਨੀਮਲਸ ਹੋਣ, ਚਾਹੇ ਬਰਡਸ ਹੋਣ, ਚਾਹੇ ਸਲਮਸ ਹੋਣ, ਹਰ ਜਗ੍ਹਾ ਆਪਣੇ ਵੱਲੋਂ ਰੋਟੀ, ਰਾਸ਼ਨ, ਬੜਾ ਕੁਝ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕੀਤੀ ਤੇ ਸਾਡਾ ਮਕਸਦ ਇਹੀ ਹੁੰਦਾ ਹੈ ਕਿ ਇੱਕ ਆਦਤ ਪਵੇ। ਮਗਰ ਹਾਂ, ਜਦੋਂ ਅਸੀਂ ਕਿਸੇ ਦਾ ਹੋਰੋਸਕੋਪ ਦੇਖਦੇ ਹਾਂ ਤੇ ਉਹਨਾਂ ਨੂੰ ਇਹ ਚੀਜ਼ ਜ਼ਰੂਰ ਸੁਜੈਸਟ ਕਰਦੇ ਹਾਂ ਕਿ ਜੇ ਦਾਨ ਦੇਣੇ ਹੀ ਪਏ ਆ ਤੇ ਦਾਨ ਉਹਨਾਂ ਦੇ ਹੱਥੋਂ ਉਸ ਚੀਜ਼ ਦਾ ਦਵਾਇਆ ਜਾਵੇ ਜਿਹੜਾ ਉਹਦੇ ਤੇ ਉਹਦੇ ਪਰਿਵਾਰ ਲਈ ਵੀ ਆਸ਼ੀਰਵਾਦ ਰੂਪ ਔਰ ਉਹਦੇ ਲਈ ਬਹੁਤ ਵਾਧਾ ਪਾਉਣ ਵਾਲਾ ਹੋਵੇ। ਰਵੀਸ਼ ਜੀ, ਸਾਡੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬਹੁਤ ਸਾਰੇ ਦਰਸ਼ਕ ਨੇ ਜਿਹੜੇ ਇਸ ਵੇਲੇ ਤੁਹਾਨੂੰ RPD ਦੇ ਰਾਹੀਂ ਵੇਖਦੇ ਪਏ ਨੇ ਜੀ, ਕੀ ਕਹਿਣਾ ਚਾਹੁੰਦੇ ਹੋ, ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਚਲੇ ਜਾਂਦੇ ਉਹਨਾਂ ਨੂੰ? ਮੈਂ ਉਹਨਾਂ ਨੂੰ ਇਹੀ ਸੰਦੇਸ਼ ਦੇਣਾ ਚਾਹੁੰਦਾ ਕਿ ਜੇ ਤੁਸੀਂ ਜੋਤਿਸ਼, ਵਾਸਤੂ, ਰੇਕੀ, ਹੀਲਿੰਗ ਇਹਨਾਂ ਦੇ ਨਾਲ ਰਿਲੇਟਡ ਜਿਹੜੀਆਂ ਟਿਪਸ ਜਾਂ ਇਹਨਾਂ ਦੇ ਬਾਰੇ ਜਿਹੜੀ ਕੋਈ ਗਾਈਡੈਂਸ ਲੈਣਾ ਚਾਹੁੰਦੇ ਹੋ, ਅਸੀਂ RPD ਦੇ ਜਿਹੜੇ ਵਿਊਅਰਸ ਹੈਗੇ ਆ, ਸਰੋਤੇ ਹੈਗੇ ਆ, ਔਰ ਸਾਡੇ ਪੰਜਾਬੀ ਪੂਰੀ ਕਹਿੰਦੇ ਕਿ ਪੂਰੀ ਦੁਨੀਆ ਦੇ ਵਿੱਚ ਹਰ ਦੇਸ਼ ਦੇ ਵਿੱਚ ਪੰਜਾਬੀ ਪਾਏ ਜਾਂਦੇ ਆ। ਮੈਂ ਉਹਨਾਂ ਦੀ ਗਾਈਡੈਂਸ ਲਈ ਜਿਹੜਾ ਹੈਗਾ ਇੱਕ ਚੈਨਲ ਤਿਆਰ ਕਰਨ ਜਾ ਰਿਹਾ ਜਿਹਦੇ ਵਿੱਚ ਜੋਤਿਸ਼ ਵਾਸਤੂ ਦੀਆਂ ਗੱਲਾਂ, ਉਹਦੀਆਂ ਜਿਹੜੀਆਂ ਟਿਪਸ ਉਹ ਸਿਰਫ ਪੰਜਾਬੀ ਚ ਹੋਣਗੀਆਂ, ਕਿਉਂਕਿ ਹਿੰਦੀ ਵਿੱਚ ਆਲਰੇਡੀ ਸਾਡਾ ਇੱਕ ਚੈਨਲ ਚੱਲ ਰਿਹਾ ਤੇ ਤੁਸੀਂ ਰਵੀਸ਼ ਅਬਰੋਲ, ਐਸਟ੍ਰੋਲੋਜਰ ਰਵੀਸ਼ ਅਬਰੋਲ YouTube ਚੈਨਲ ਜਿਹੜਾ ਸਬਸਕ੍ਰਾਈਬ ਕਰ ਸਕਦੇ ਹੋ। ਸਾਨੂੰ Instagram ਤੇ ਵੀ ਫੋਲੋ ਕਰ ਸਕਦੇ ਹੋ, ਜਿਹਦੇ ਵਿੱਚ ਪੰਜਾਬੀ ਦੇ ਵਿੱਚ ਵੀ, ਹਿੰਦੀ ਦੇ ਵਿੱਚ ਵੀ ਅਸੀਂ ਇਹਦੇ ਨਾਲ ਰਿਲੇਟਡ ਜਿਹੜੀਆਂ ਹੈਗੀਆਂ ਟਿਪਸ ਤੁਹਾਨੂੰ ਦਿੰਦੇ ਰਹੀਏ ਕਿ ਤੁਹਾਨੂੰ ਰੀਅਲ ਔਰ ਸਾਇੰਟਿਫਿਕ ਗਾਈਡੈਂਸ ਮਿਲੇ, ਨਾ ਇੱਧਰ ਉੱਧਰ ਤੁਹਾਨੂੰ ਭਟਕਣਾ ਪਵੇ, ਤੁਹਾਡਾ ਵਿਸ਼ਵਾਸ ਜੋਤਿਸ਼ ਔਰ ਵਾਸਤੂ ਦੇ ਵਿੱਚ ਪੱਕਾ ਹੋਵੇ। ਜੀ, ਸੋ ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ। RPD ਦੀ ਪੂਰੀ ਟੀਮ ਦੇ ਵੱਲੋਂ ਤੁਹਾਡਾ ਤੇ ਪਹਿਲਾਂ ਅਸੀਂ ਥੈਂਕਸ ਕਰਨਾ ਚਾਹਾਂਗੇ। ਥੈਂਕ ਯੂ, ਤੁਹਾਡਾ ਵੀ ਬਹੁਤ ਬਹੁਤ ਥੈਂਕਸ। ਬਹੁਤ ਵਧੀਆ ਲੱਗਾ, ਬਹੁਤ ਬਹੁਤ ਧੰਨਵਾਦ ਤੁਹਾਡਾ। ਥੈਂਕ ਯੂ ਸੋ ਮਚ। ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 ਤੇ ਕਲਿੱਕ ਕਰੋ ਬੈਲ ਆਈਕਨ ਤੇ।